ਗੁਰੂ ਵਾਹਿ 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 ਗੁਰੂ ਗੁਰੂ ਜੀ ਦੀ ਸਾਜੀ ਨਵਾਜੀ। ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ, ਜੋ ਆਪਾਂ ਨੂੰ ਸਤਿਗੁਰੂ ਗੁਰਬਾਣੀ ਗੁਰੂ ਵਿੱਚ ਉਪਦੇਸ਼ ਬਖਸ਼ਿਸ਼ ਕਰ ਰਹੀ, ਸਾਰੀ ਗੁਰਬਾਣੀ ਗੁਰੂ ਵਿੱਚ ਸਾਨੂੰ ਸਾਡੇ ਜੀਵਨ ਦੀ ਜਾਂਚ ਦੱਸੀ। ਜਦੋਂ ਹੁਣ ਆਪਾਂ ਸਤ ਸੰਗਤ ਕਰਦੇ ਹਾਂ, ਸਤਿਗੁਰਾਂ ਦੀ ਸ਼ਰਨ ਦੇ ਵਿੱਚ ਆਉਂਦੇ ਹਾਂ, ਸਾਨੂੰ ਇਹਨਾਂ ਦਾ ਭੇਤ ਆ ਜਾਂਦਾ ਹੈ ਕਿ ਸਾਨੂੰ ਇਹ ਜੀਵਨ ਮਿਲਿਆ ਹੈ ਮਾਨਸ ਜਾਮਾ, ਇਹ ਇੱਕ ਦਿਨ ਸਾਡਾ ਦਿੱਤਾ ਹੋਇਆ ਸਮਾਂ ਜਿਹੜਾ ਉਹ ਖਤਮ ਹੋ ਜਾਣਾ। ਸਵਾਸਾਂ ਦਾ ਧਨ ਹੈ ਜਿਹੜਾ ਉਹ ਸਾਡਾ ਮੁੱਕ ਜਾਣਾ। ਹੁਣ ਜਨਮ ਤੋਂ ਲੈ ਕੇ ਇਹ ਮੌਤ ਤੱਕ ਦਾ ਜਿਹੜਾ ਸਫ਼ਰ ਹੈ ਸਾਡੇ ਜੀਵਨ ਦਾ, ਕਿ ਸਾਡਾ ਜਨਮ ਹੋ ਗਿਆ ਅਤੇ ਮੌਤ ਵੀ ਹੋਣੀ। ਹੁਣ ਇਹ ਜਿਹੜਾ ਵਿੱਚ ਵਾਲਾ ਸਮਾਂ ਹੈ ਜਨਮ ਤੋਂ ਲੈ ਕੇ ਮੌਤ ਤੱਕ ਦਾ, ਇਹ ਫਿਰ ਅਸੀਂ ਸਤਿਗੁਰਾਂ ਤੋਂ ਜੀਵਨ ਦੀ ਜਾਂਚ ਸਿੱਖਣੀ ਹੁੰਦੀ ਕਿ ਸਾਨੂੰ ਹੁਣ ਇਸ ਜਿਉਣ ਦਾ ਢੰਗ ਸਿਖਾ ਦਿਓ। ਵੀ ਇਹਨਾਂ ਤਾਂ ਸਾਨੂੰ ਪਤਾ ਲੱਗ ਗਿਆ ਵੀ ਸਾਨੂੰ ਜਨਮ ਮਿਲਿਆ ਅਤੇ ਸਾਡੀ ਮੌਤ ਵੀ ਹੋਣੀ। ਹੁਣ ਇਹ ਅਸੀਂ ਆਪਦਾ ਜੀਵਨ ਗੁਰੂ ਦੀ ਮੱਤ ਦੁਆਰਾ ਕਿਵੇਂ ਗੁਜ਼ਾਰੀਏ। ਜੇ ਹੁਣ ਅਸੀਂ ਇਹ ਜਿਉਣ ਦੀ ਜੁਗਤ ਨਹੀਂ ਸਿੱਖੀ ਸਤਿਗੁਰਾਂ ਤੋਂ, ਫਿਰ ਸਾਡਾ ਜੀਵਨ ਹੈ ਜਿਹੜਾ ਹੋਰ ਹੁੰਦਾ ਹੈ ਮਨਮੁੱਖਾਂ ਵੱਲ। ਜੇ ਅਸੀਂ ਜੀਵਨ ਦੀ ਜੁਗਤ ਸਿੱਖ ਲੈਂਦੇ ਹਾਂ ਗੁਰੂ ਪਾਸੋਂ, ਫਿਰ ਸਾਡਾ ਜਿਹੜਾ ਜੀਵਨ ਉਹ ਗੁਰਮੁਖਾਂ ਵਾਲਾ ਹੋ ਜਾਂਦਾ। ਸਤਿਗੁਰੂ ਫਰਮਾਉਂਦੇ ਮੱਤ ਵਿੱਚ ਜਨਮ ਮਰਨ ਹੋਰ ਕੈਸਾ, ਜਾ ਜੀਵਾਂ ਤਾਂ ਜੁਗਤ ਨਾਹੀਂ। ਕਿ ਜੇ ਸਾਨੂੰ ਜਿਉਣ ਦੀ ਜੁਗਤੀ ਨਹੀਂ ਆਉਂਦੀ, ਅਸੀਂ ਇਹ ਜਿਉਣ ਦਾ ਢੰਗ ਨਹੀਂ ਸਿੱਖਿਆ, ਗੁਰੂ ਦੀ ਮੱਤ ਨਹੀਂ ਲਈ, ਫਿਰ ਸਾਡਾ ਜਿਹੜਾ ਜੀਵਨ
ਉਹ ਮਨਮੁਖਾਂ ਵਾਲਾ ਹੁੰਦਾ। ਮਨਮੁਖ ਦਾ ਜੀਵਨ ਹੈ ਜਿਹੜਾ, ਉਹਦੇ ਵਿੱਚ ਦੁੱਖ ਹੀ ਦੁੱਖ ਨੇ। ਕਲਾ ਕਲੇਸ਼, ਬੈਰ ਵਿਰੋਧ, ਈਰਖਾ, ਨਫ਼ਰਤ, ਹਉਮੈ, ਹੰਕਾਰ, ਲੜਾਈਆਂ ਝਗੜੇ, ਇਹ ਸਾਰਾ ਮਨਮੁਖ ਦਾ ਜੀਵਨ ਹੈ। ਦੁੱਖ ਹੀ ਦੁੱਖ ਨੇ ਇਹਦੇ ਵਿੱਚ, ਵੈਰ ਵਿਰੋਧ ਦੇ ਵਿੱਚ। ਹੁਣ ਇਹ ਜੀਵਨ ਦੀ ਬਾਜੀ ਅਸੀਂ ਉਦੋਂ ਹੀ ਹਾਰਦੇ ਹਾਂ ਜਦੋਂ ਅਸੀਂ ਦੁਬਿਧਾ ਦੇ ਵਿੱਚ ਪੈਂਦੇ, ਕਿਉਂਕਿ ਜਦੋਂ ਆਪਾਂ ਇਸ ਲੋਕ ਵਿੱਚ ਆਉਂਦੇ ਹਾਂ, ਪਰ ਲੋਕ ਦੇ ਵਿੱਚ, ਦਰਗਾਹ ਦੇ ਵਿੱਚ ਅਸੀਂ ਪਹਿਲਾਂ ਮਰਨ ਲਿਖਾ ਕੇ ਆਉਂਦੇ। ਸਾਨੂੰ ਗਿਣਤੀ ਦਾ ਸਮਾਂ, ਸਵਾਸਾਂ ਦਾ ਧਨ ਦਿੱਤਾ ਜਾਂਦਾ ਹੈ, ਜਿਹਦੇ ਵਿੱਚ ਇੱਕ ਤਿਲ ਭਰ ਵੀ ਵਾਧਾ ਘਟਦਾ ਨਹੀਂ ਹੈ। ਸਤਿਗੁਰੂ ਫਰਮਾਉਂਦੇ, ਗਣ ਘਾਲੇ ਸਭ ਦਿਵਸਾਸ, ਨਹਿ ਵੱਢਣ ਘਟਣ ਤਿਲ ਸਾਰ। ਬਈ ਸਾਨੂੰ ਇਹ ਜਿਹੜਾ ਸਮਾਂ ਗਿਣਤੀ ਦਾ ਮਿਲਿਆ, ਸਵਾਸਾਂ ਦੇ ਧਨ, ਇੱਕ ਤਿਲ ਭਰ ਵੀ ਨਾ ਵਧਣਾ ਹੈ ਅਤੇ ਨਾ ਘਟਣਾ। ਹੁਣ ਇਸ ਲੋਕ ਵਿੱਚ ਆ ਕੇ ਸਾਡਾ ਮਨ ਹੈ ਜਿਹੜਾ ਮਰਨਾ ਭੁੱਲ ਜਾਂਦਾ। ਜਦੋਂ ਜੀਵ ਮਰਨਾ ਭੁੱਲਦਾ ਹੈ, ਫਿਰ ਉਹ ਵੈਰ ਵਿਰੋਧ ਦੇ ਵਿੱਚ ਜਾਂਦਾ, ਫਿਰ ਉਹ ਦੁਬਿਧਾ ਕਰਦਾ, ਫਿਰ ਉਹ ਈਰਖਾ ਕਰਦਾ, ਫਿਰ ਉਹ ਨਫ਼ਰਤ ਕਰਦਾ। ਜਦੋਂ ਅਸੀਂ ਦੁਬਿਧਾ ਵਿੱਚ ਚਲੇ ਗਏ, ਫਿਰ ਅਸੀਂ ਇਹ ਜਨਮ ਜਿਹੜਾ ਪਦਾਰਥ ਦੇ ਰੂਪ ਦੇ ਵਿੱਚ ਸਾਨੂੰ ਮਿਲਿਆ ਕਈਆਂ ਯੁੱਗਾਂ ਬਾਅਦ, ਫਿਰ ਇੱਥੋਂ ਅਸੀਂ ਜੀਵਨ ਦੀ ਬਾਜੀ ਨੂੰ ਹਾਰ ਕੇ ਜਾਂਦੇ। ਸਤਿਗੁਰੂ ਫਰਮਾਉਂਦੇ, ਮਾਰਨ ਲਖਾਈ ਮੰਡਲ ਮੇ ਆਈ, ਜਨਮ ਪਦਾਰਥ ਦੁਬਿਧਾ ਖੋਵੇ, ਆਪ ਨ ਚੀਨਸ ਭਰਮ ਭਰਮ ਰੋਵੇ। ਕਿ ਜਦੋਂ ਅਸੀਂ ਦੁਬਿਧਾ 'ਚ ਚਲੇ ਗਏ, ਆਪਣੇ ਆਪੇ ਦੀ ਪਹਿਚਾਣ ਨਾ ਕੀਤੀ, ਅਤੇ ਸਾਨੂੰ ਵਾਪਸ ਜੂਨਾਂ 'ਚ ਜਾ ਕੇ ਫਿਰ ਪਛਤਾਉਣਾ ਪਏਗਾ। ਫਿਰ ਪਛਤਾਵਾ, ਫਿਰ ਰੋਂਦੇ ਹਾਂ ਬਈ ਇੰਨੇ ਲੰਮੇ ਸਮੇਂ ਬਾਅਦ ਮਾਨਸ ਜਾਮਾ ਮਿਲਿਆ ਸੀ, ਅਤੇ ਉਹ ਵੀ ਦੁਬਿਧਾ 'ਚ ਪੈ ਕੇ ਸਾਰਾ ਵਿਅਰਥ ਖਰਾਬ ਕਰ ਲਿਆ। ਇਸ ਵਾਸਤੇ ਫਿਰ ਸਾਨੂੰ ਸਤਿਗੁਰੂ ਸਮਝਾਉਂਦੇ ਵੀ ਸਾਨੂੰ ਇਹ ਜਿਉਣ ਦੀ ਜੁਗਤ ਸਿੱਖਣ ਵਾਸਤੇ ਸਾਨੂੰ ਗੁਰੂ ਦੀ ਸ਼ਰਨ 'ਚ ਆਉਣਾ ਪੈਂਦਾ, ਸਤ ਸੰਗਤ ਦੇ ਵਿੱਚ ਆਉਣਾ ਪੈਂਦਾ। ਜਦੋਂ ਆਪਾਂ ਸਤ ਸੰਗਤ ਦੇ ਵਿੱਚ ਆਉਂਦੇ ਹਾਂ, ਫਿਰ ਸਤਿਗੁਰੂ ਸਾਨੂੰ ਇਹ ਗਿਆਨ ਦਿੰਦੇ, ਸਾਡੇ ਜੀਵਨ ਦੀ ਜੁਗਤ ਸਾਨੂੰ ਜਿਉਣ ਦਾ ਢੰਗ ਸਿਖਾਉਂਦੀ ਕਿ ਇਸ ਸੰਸਾਰ ਦੇ ਵਿੱਚ ਅਸੀਂ ਆਏ ਹਾਂ, ਇੱਥੇ ਅਸੀਂ ਸਦਾ ਨਹੀਂ ਰਹਿਣਾ, ਕੁਝ ਸਮੇਂ ਵਾਸਤੇ ਆਏ ਹਾਂ। ਰੋਜ਼ ਦੀ ਰੋਜ਼ ਦਾ ਖੇਲ, ਦਿਨੇ ਆਉਂਦੇ ਹਾਂ 10-12 ਘੰਟੇ ਰਹਿਣਾ, ਅਤੇ ਰਾਤ ਨੂੰ ਅਸੀਂ ਆਪਦੇ ਦੇਸ਼ ਨੂੰ ਵਾਪਸ ਮੁੜਨਾ ਹੁੰਦਾ। ਜੇ ਹੁਣ ਸਾਨੂੰ ਇਹ ਖੇਲ ਦੀ ਸਮਝ ਆ ਜਾਂਦੀ ਕਿ ਅਸੀਂ ਇਸ ਲੋਕ ਦੇ ਰਹਿਣ ਵਾਲੇ ਨੇ, ਕੁਝ ਸਮੇਂ ਵਾਸਤੇ ਆਏ ਹਾਂ, ਅਤੇ ਫਿਰ ਅਸੀਂ ਇੱਥੇ ਖੁਸ਼ੀ ਖੁਸ਼ੀ ਰਹਾਂਗੇ। ਬਈ ਅਸੀਂ ਕਿਹੜਾ ਇੱਥੋਂ ਕੁਝ ਨਾਲ ਲੈ ਜਾਣਾ, ਕੁਝ ਸਮੇਂ ਵਾਸਤੇ ਆਏ ਹਾਂ ਅਤੇ ਮੁੜ ਕੇ ਆਪਦੇ ਦੇਸ਼ ਨੂੰ ਵਾਪਸ ਜਾਣਾ, ਆਪਦੇ ਘਰ ਨੂੰ ਵਾਪਸ ਜਾਣਾ। ਉਹ ਫਿਰ ਸਤਿਗੁਰੂ ਸਾਨੂੰ ਗੁਰਬਾਣੀ ਗੁਰੂ ਵਿੱਚ ਇਹ ਸਾਰਾ ਖੇਲ ਸਮਝਾਉਂਦੇ ਕਿ ਖੇਲ ਹੈ ਦਿਨ ਅਤੇ ਰਾਤ ਦਾ, ਦਿਵਸ ਰਾਤ ਦੋਇ ਦਾਈ ਦਾਇਆ, ਖੇਲੇ ਸਗਲ ਜਗਤ। ਹੁਣ ਜਦ ਤੱਕ ਸਾਨੂੰ ਇਹ ਖੇਲ ਦੀ ਜਾਣਕਾਰੀ ਨਹੀਂ, ਉਹਨਾਂ ਸਮਾਂ ਅਸੀਂ ਇਹ ਖੇਲ ਨੂੰ ਜਿੱਤ ਨਹੀਂ ਸਕਦੇ। ਜਦ ਤੱਕ ਸਾਨੂੰ ਇਹੀ ਨਹੀਂ ਪਤਾ ਵੀ ਖੇਲ ਕੀ ਹੈ, ਕੌਣ ਖਿਡਾਰੀ ਹੈ, ਜਿਹੜੀ ਸਾਹਮਣੇ ਟੀਮ ਹੈ ਉਹ ਕਿਹੜੀ ਟੀਮ ਹੈ ਜਿਹਦੇ ਨਾਲ ਅਸੀਂ ਖੇਲਣਾ, ਫਿਰ ਕਿਵੇਂ ਅਸੀਂ ਇਹ ਖੇਲ ਨੂੰ ਜਿੱਤਣਾ ਅਤੇ ਕਿਵੇਂ ਅਸੀਂ ਇਹ ਹਾਰਦੇ ਹਾਂ,
ਉਹਦੇ ਵਾਸਤੇ ਫਿਰ ਇਹ ਸਤਸੰਗਤ ਦੇ ਵਿੱਚ ਸਾਨੂੰ ਆਉਣਾ ਪੈਂਦਾ ਹੈ। ਜਿਵੇਂ ਸੰਸਾਰ ਦੀ ਆਪਾਂ ਕੋਈ ਵੀ ਖੇਡ ਦੇਖਦੇ ਹਾਂ, ਜੇ ਸਾਨੂੰ ਉਹ ਖੇਡ ਦੀ ਜਾਣਕਾਰੀ ਨਹੀਂ ਤੇ ਅਸੀਂ ਉਹ ਖੇਡ ਨੂੰ ਜਿੱਤ ਨਹੀਂ ਸਕਦੇ, ਕਿਉਂਕਿ ਜੇ ਅਸੀਂ ਕਿਸੇ ਕੋਚ ਕੋਲ ਗਏ ਨਹੀਂ, ਉਹ ਸਿੱਖਿਆ ਲਈ ਨਹੀਂ, ਤੇ ਫਿਰ ਅਸੀਂ ਜਿੱਤ ਨਹੀਂ ਸਕਾਂਗੇ, ਅਸੀਂ ਹਾਰਾਂਗੇ। ਹੁਣ ਇਸੇ ਤਰ੍ਹਾਂ ਹੀ ਫਿਰ ਸਤਿਗੁਰੂ ਸਾਨੂੰ ਸਮਝਾਉਂਦੇ ਇਹ ਖੇਲ ਦੀ ਬਾਰੋਂ। ਜਦ ਤੱਕ ਤਾਂ ਜੀਵ ਸਤਸੰਗਤ ਨਹੀਂ ਕਰਦਾ, ਉਹਨਾਂ ਸਮਾਂ ਤੋਂ ਇੱਥੋਂ ਹਾਰ ਕੇ ਹੀ ਜਾਂਦਾ। ਉਹਨੂੰ ਨਹੀਂ ਪਤਾ ਵੀ ਕੀ ਖੇਲ ਹੈ, ਕੌਣ ਖਿਡਾਰੀ ਹੈ, ਕਿਹਦੇ ਨਾਲ ਮੈਂ ਖੇਲਣਾ, ਕਿਉਂਕਿ ਉਹ ਹਾਰ ਕੇ ਹੀ ਜਾਂਦਾ ਇਸ। ਹੁਣ ਜਦੋਂ ਆਪਾਂ ਸਤਸੰਗ 'ਚ ਆਉਂਦੇ ਹਾਂ, ਸਤਿਗੁਰੂ ਆਪਾਂ ਨੂੰ ਸਮਝਾਉਂਦੇ ਵੀ ਇਹ ਖੇਲ ਦੇ ਵਿੱਚ ਖਿਡਾਰੀ ਹੈ ਸਾਡਾ ਮਨ। ਮਨ ਨੇ ਖੇਲਣ ਵਾਸਤੇ ਆਉਣਾ। ਅਤੇ ਇਹ ਜਿਹੜਾ ਦੇਸ਼ ਹੈ ਇਹ ਕਾਲ ਦਾ ਦੇਸ਼। ਤ੍ਰੈ ਗੁਣ ਨੇ ਜਿਹੜੇ, ਇਹ ਮਾਇਆ, ਇਹ ਤ੍ਰੈ ਗੁਣ ਕਾਲ ਦੀ ਸਰਕਾਰ ਹੈ, ਜਿਹਦੇ ਵਿੱਚ 5 ਜਰਨੈਲ ਨੇ ਕਾਲ ਦੇ। ਇਹ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਇਹ ਸਾਡੇ ਟੀਮ ਹੈ ਜਿਹਦੇ ਨਾਲ ਸਾਡੇ ਮਨ ਨੇ ਆ ਕੇ ਖੇਲਣਾ। ਇਹ ਸਾਹਮਣੇ ਟੀਮ ਹੈ ਵਿਰੋਧੀ, ਅਤੇ ਸਾਡਾ ਮਨ ਅਲੱਗ ਹੈ। ਇਹ ਇੱਕ ਵੱਖਰੀ ਸਰਕਾਰ ਹੈ ਕਾਲ ਦੀ। ਮਾਰੇ ਫਰਮਾਉਂਦੇ ਤ੍ਰੈ ਗੁਣ ਕਾਲੀ ਕੀ ਸਰਕਾਰ। ਵੀ ਇਹ ਤ੍ਰੈ ਗੁਣ ਕਾਲ ਦੀ ਸਰਕਾਰ ਹੈ, ਅਤੇ ਇਹਦੇ 5 ਨੁਮਾਇੰਦੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਹੁਣ ਇਹ ਖੇਲ ਸ਼ੁਰੂ ਕਦੋਂ ਹੁੰਦਾ? ਜਿਉਂ ਹੀ ਸਾਡਾ ਮਨ ਇੱਧਰ ਸਰੀਰ ਦੇ ਵਿੱਚ ਆ ਕੇ ਪ੍ਰਵੇਸ਼ ਹੁੰਦਾ ਹੈ। ਜਦੋਂ ਆਪਾਂ ਪੌਣ ਦੇ ਵਿੱਚ ਆ ਕੇ ਮਿਲੇ, ਪੌਣ ਕਹਿੰਦੇ ਜਿਹੜੇ ਆਪਾਂ ਨੂੰ ਸਵਾਸ ਆ ਰਹੇ ਨੇ, ਜਿਉਂ ਹੀ ਸਾਡਾ ਮਨ ਸਵੇਰ ਨੂੰ ਇਸ ਸਰੀਰ ਦੇ ਵਿੱਚ ਆ ਕੇ ਪ੍ਰਵੇਸ਼ ਹੁੰਦਾ, ਇਹ ਖੇਲ ਸ਼ੁਰੂ ਹੋ ਜਾਂਦਾ। ਜਿਉਂ ਹੀ ਆਪਾਂ ਬੋਲਣਾ ਸ਼ੁਰੂ ਕੀਤਾ, ਚਾਹੇ ਆਪਾਂ ਮੁੱਖ ਰਾਹੀਂ ਕੁਝ ਬੋਲੇ, ਚਾਹੇ ਆਪਾਂ ਅੰਤਰਗਤ ਕੋਈ ਵਿਚਾਰ ਲਿਆ, ਕੋਈ ਫੁਰਨਾ ਲਿਆ, ਇੱਧਰ ਖੇਲ ਹੈ ਸਾਰਾ ਵਿਚਾਰਾਂ ਦਾ। ਵਿਚਾਰਾਂ ਦਾ ਖੇਲ ਚੱਲ ਪੈਂਦਾ। ਹੁਣ ਮਨ ਹੈ ਜਿਹੜਾ, ਇਹਨੂੰ ਸਵਾਸਾਂ ਦਾ ਧਨ ਦੇ ਕੇ ਭੇਜਿਆ ਜਾਂਦਾ। ਜੋ ਇਹ ਸਵਾਸਾਂ ਰੂਪੀ ਧਨ ਹੈ, ਇਹ ਧਨ ਇੱਧਰ ਆ ਕੇ ਮਨ ਨੇ ਖਰਚ ਕਰਨਾ, ਅਤੇ ਕਿੱਥੇ ਕਿੱਥੇ ਖਰਚ ਕਰਦਾ ਉਹਦਾ ਹਿਸਾਬ ਕਿਤਾਬ ਇਹ ਮਨ ਨੇ ਵੀ ਰੱਖਣਾ। ਅਤੇ ਨਾਲ ਧਰਮ ਰਾਏ ਨੂੰ ਇੱਕ ਸਰਕਾਰ ਬਣਾ ਦਿੱਤੀ ਵੱਖਰੀ, ਜਿਹਦੇ ਵਿੱਚ ਚਿੱਤਰਗੁਪਤ ਨੇ ਅਤੇ ਜਮ ਨੇ। ਜਿਹੜੇ ਚਿੱਤਰਗੁਪਤ ਨੇ ਨਾਲ ਨਾਲ ਉਹਨਾਂ ਨੇ ਮਨ ਦੀ ਰਿਪੋਰਟ ਸਾਰੀ ਲੈਣੀ ਅਤੇ ਧਰਮ ਰਾਏ ਨੂੰ ਦੇਣੀ ਵੀ ਇਹ ਮਨ ਕਿੱਥੇ ਕਿੱਥੇ ਸਵਾਸ ਨੇ ਜਿਹੜੇ ਖਰਚ ਕਰ ਰਹੇ ਹੈ। ਹੁਣ ਇਹ ਜਿਹੜਾ ਸਰੀਰ ਹੈ ਆਪਣਾ, ਇਹਨੂੰ ਕਹਿੰਦੇ ਨਗਰੀ, ਦੇਸ਼, ਸ਼ਹਿਰ। ਜਿਵੇਂ ਆਪਾਂ ਸ਼ਹਿਰਾਂ ਦੇ ਵਿੱਚ ਦੇਖਦੇ ਹਾਂ ਬਾਜ਼ਾਰ, ਜਿਉਂ ਹੀ ਦਿਨ ਚੜ੍ਹਦਾ ਬਾਜ਼ਾਰ ਖੁੱਲ੍ਹ ਜਾਂਦੇ, ਦੁਕਾਨਾਂ ਖੁੱਲ੍ਹ ਜਾਂਦੀਆਂ। ਇਸੇ ਤਰ੍ਹਾਂ ਹੀ ਇਹ ਨਗਰੀ ਹੈ। ਨਗਰੀ ਦੇ ਵਿੱਚ ਬਹੁਤ ਵੱਡਾ ਬਾਜ਼ਾਰ ਲੱਗਿਆ ਇਹ ਕਾਇਆ ਦੇ ਅੰਦਰ। ਸਤਿਗੁਰੂ ਫਰਮਾਉਂਦੇ ਇਸ ਕਾਇਆ ਅੰਦਰ 9 ਖੰਡ ਪ੍ਰਿਥਵੀ ਹੱਟ ਪੱਟਣ ਬਾਜ਼ਾਰਾ। ਵੀ ਬਹੁਤ ਵੱਡਾ ਬਾਜ਼ਾਰ ਲੱਗਿਆ। ਜਿਉਂ ਹੀ ਮਨ ਆਉਂਦਾ ਹੈ ਬਾਜ਼ਾਰ ਖੁੱਲ੍ਹ ਜਾਂਦਾ, ਹੱਟ ਖੁੱਲ੍ਹ ਜਾਂਦੇ। ਹੁਣ ਜਿਹੜੇ ਮੇਨ ਹੱਟ ਨੇ ਵੱਡੇ, ਉਹ ਗੁਰਬਾਣੀ ਗੁਰੂ ਵਿੱਚ ਸਾਨੂੰ 4 ਹੱਟ ਦੱਸੇ। ਅੱਗੇ ਫਿਰ ਉਹਨਾਂ ਦੀਆਂ ਸਾਕਾਂ ਨੇ, ਜਿਵੇਂ ਫਿਰ 14 ਹੱਟ, ਫਿਰ 72 ਹੱਟ ਮਹਾਰਾਜ ਨੇ ਅੱਗੇ ਦੱਸ ਦਿੱਤਾ। ਹੁਣ ਜਿਹੜੇ ਮੇਨ ਨੇ ਉਹ 4 ਨੇ ਵੱਡੇ। ਜਿਹੜੇ ਦਾ 3 ਹੱਟ ਨੇ, ਇਹਨਾਂ ਦਾ ਜਿਹੜਾ ਮੁਖੀ ਹੈ ਇਹ ਕਾਲ ਹੈ। ਜਿਹੜਾ ਚੌਥਾ ਹੱਟ ਹੈ ਉਹਦਾ ਮੁਖੀ ਮਾਲਕ ਆਪ ਹੈ। ਉਹਨੂੰ ਕਹਿੰਦੇ ਨੇ, ਜਿਹੜਾ ਚੌਥਾ ਹੱਟ ਉਹਨੂੰ ਕਹਿੰਦੇ ਮੋਖ ਦਾ ਹੱਟ, ਮੁਕਤੀ ਦਾ ਹੱਟ, ਜਿੱਥੋਂ ਸਾਨੂੰ ਮਨ ਵਾਸਤੇ
ਸਾਰਾ ਸੌਦਾ ਮਿਲਦਾ। ਮਨ ਦਾ ਭੋਜਨ ਅੰਮ੍ਰਿਤ ਰਸ ਉੱਥੇ ਪਿਆ ਮੁਖ ਦੀ ਹੱਟ 'ਤੇ। ਨਾਮ ਰਤਨ ਹੈ ਜਿਹੜਾ ਉਹ ਮੁਖ ਦੀ ਹੱਟ 'ਤੇ ਪਿਆ ਹੈ, ਜਿੱਥੋਂ ਸਾਨੂੰ ਮੁਕਤੀ ਮਿਲਣੀ, ਜਿੱਥੋਂ ਸਾਨੂੰ ਅਮਰ ਪਦਵੀ ਮਿਲਣੀ। ਅਤੇ ਉਸ ਹੱਟ ਦਾ ਮੁਖੀ ਮਾਲਕ ਆਪ ਹੈ। ਜਿਹੜੇ 3 ਹੱਟ ਨੇ ਉਹਨਾਂ ਦਾ ਮੁਖੀ ਕਾਲ ਹੈ, ਅਤੇ ਉਹ ਜਿਹੜੇ ਹੱਟ ਨੇ ਉਹਨਾਂ ਨੂੰ ਕਹਿੰਦੇ ਨੇ ਇਹ 3 ਗੁਣ। 3 ਗੁਣ 3 ਹੱਟ, ਜਿਹਨੂੰ ਗੁਰਬਾਣੀ 'ਚ ਨਾਂ ਦਿੱਤਾ ਰਜੋ ਗੁਣ, ਤਮੋ ਗੁਣ ਅਤੇ ਸਤੋ ਗੁਣ। ਇਹ 3 ਹੱਟ ਨੇ ਜਿਹੜੇ ਇਹ ਕਾਲ ਦੇ ਹੱਟ ਨੇ। ਇਹਨਾਂ ਤੋਂ ਜਿਹੜਾ ਸੌਦਾ ਮਿਲਦਾ ਉਹ ਇਹ ਸਰੀਰ ਵਾਸਤੇ ਮਿਲਦਾ ਜਿਹੜਾ ਕਿ ਨਾਸਵਾਨ ਹੈ, ਜਿਹੜਾ ਕਿ ਮਿਥਿਆ ਹੋਇਆ। ਹੁਣ ਜਿਉਂ ਹੀ ਇਹ ਬਾਜ਼ਾਰ ਖੁੱਲ੍ਹਦਾ ਹੈ, ਮਨ ਇੱਧਰ ਆਉਂਦਾ ਹੈ, ਹੱਟ ਖੁੱਲ੍ਹ ਜਾਂਦੇ। ਅਤੇ ਜਿਵੇਂ ਆਪਾਂ ਬਾਜ਼ਾਰ 'ਚ ਦੇਖਦੇ ਹਾਂ ਵੀ ਹੱਟਾਂ ਦੇ ਉੱਤੇ ਬੋਰਡ ਲੱਗਿਆ ਹੁੰਦਾ ਅਤੇ ਉੱਥੇ ਲਿਖਿਆ ਹੁੰਦਾ ਵੀ ਥੱਲੇ ਕੀ ਕੀ ਇੱਥੇ ਸਮਾਨ ਮਿਲਦਾ, ਇੱਥੋਂ ਕੀ ਲੈ ਸਕਦੇ ਆਪਾਂ। ਹੁਣ ਇਸੇ ਤਰ੍ਹਾਂ ਹੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਬਈ ਜਿਹੜਾ ਮੋਖ ਦਾ ਹੱਟ ਹੈ ਉੱਥੋਂ ਦਾ ਸਾਨੂੰ ਮਨ ਵਾਸਤੇ ਸੌਦਾ ਮਿਲਦਾ ਮੁਕਤੀ। ਅਤੇ ਜਿਹੜੇ 3 ਹੱਟ ਨੇ ਜਦੋਂ ਸਾਡਾ ਮਨ ਆਉਂਦਾ, ਸਤੋ ਗੁਣੀ ਹੱਟ ਹੈ ਜਿਹੜਾ, ਇਹ ਸਤੋ ਗੁਣ ਹੱਟ ਦੇ ਉੱਤੇ ਜੋ ਸੌਦਾ ਪਿਆ ਹੈ ਉਹਦੇ ਵਿੱਚ ਹੈ ਦਇਆ, ਨਰਮਤਾਈ, ਸਹਿਣਸ਼ੀਲਤਾ, ਸਬਰ, ਸੰਤੋਖ, ਪੁੰਨ ਦਾਨ। ਇਹ ਜਦੋਂ ਸਾਡਾ ਮਨ ਸਤੋ ਗੁਣੀ ਹੱਟ 'ਤੇ ਹੁੰਦਾ ਹੈ ਉਦੋਂ ਸਾਡੇ ਅੰਦਰ ਇਹ ਵਿਚਾਰ ਚੱਲਦੇ ਅਤੇ ਅਸੀਂ ਇੱਥੇ ਧਨ ਖਰਚ ਕਰਦੇ ਹਾਂ ਅਤੇ ਇੱਥੋਂ ਹੀ ਸੌਦਾ ਲੈਂਦੇ। ਜਿਹੜਾ ਹੈ ਫਿਰ ਅੱਗੇ ਰਜੋ ਗੁਣੀ ਹੱਟ, ਰਜੋ ਗੁਣ ਤੋਂ ਜਿਹੜਾ ਸੌਦਾ ਮਿਲਦਾ ਉਹਦੇ ਵਿੱਚ ਹੈ ਆਸ਼ਾ, ਅਭਿਲਾਸ਼ਾ, ਤ੍ਰਿਸ਼ਨਾਵਾਂ, ਸੈਂਸੇ, ਫਿਕਰ, ਚਿੰਤਾਵਾਂ। ਉਹ ਜਿਹੜਾ ਹੱਟ ਹੈ ਉਹਨੂੰ ਕਹਿੰਦੇ ਜਿਹੜਾ ਇਹ ਆਪਾਂ ਅਰਥਚਾਰਾ ਜਿੱਥੇ ਸੰਸਾਰ ਦਾ ਕਰਮ ਕਰਦੇ ਹਾਂ। ਜਦੋਂ ਅਸੀਂ ਇਹ ਹੱਟ 'ਤੇ ਹੁੰਦੇ ਹਾਂ, ਅਸੀਂ ਇੱਥੇ ਧਨ ਖਰਚ ਕਰਦੇ ਹਾਂ ਅਤੇ ਇੱਥੇ ਸਾਡੇ ਅੰਦਰ ਇਹ ਵਿਚਾਰ ਚੱਲਦੇ, ਇਹ ਫੁਰਨੇ ਚੱਲਦੇ, ਅਸੀਂ ਇੱਥੋਂ ਹੀ ਸੌਦਾ ਲੈਂਦੇ। ਫਿਰ ਅੱਗੇ ਜਿਹੜਾ ਹੱਟ ਹੈ ਤਮੋ ਗੁਣੀ ਹੱਟ। ਤਮੋ ਗੁਣ ਤੋਂ ਜਿਹੜਾ ਸੌਦਾ ਮਿਲਦਾ ਉਹਦੇ ਵਿੱਚ ਨੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਨਿੰਦਿਆ, ਚੁਗਲੀ, ਈਰਖਾ, ਵੈਰ, ਵਿਰੋਧ, ਨਫ਼ਰਤ। ਜਦੋਂ ਸਾਡੇ ਅੰਦਰ ਇਹ ਵਿਚਾਰ ਚੱਲਦੇ, ਅਸੀਂ ਇਹ ਹੱਟ 'ਤੇ ਖੜ੍ਹੇ ਹੁੰਦੇ, ਇੱਥੇ ਅਸੀਂ ਧਨ ਆਪਦਾ ਖਰਚ ਕਰਦੇ ਹਾਂ ਅਤੇ ਇੱਥੋਂ ਅਸੀਂ ਇਹ ਸੌਦਾ ਜਿਹੜਾ ਲੈ ਰਹੇ ਹੁੰਦੇ ਹਾਂ, ਇਹ ਜਿਹਦੇ ਵਿੱਚ ਹੀ ਵੈਰ ਵਿਰੋਧ ਆਉਂਦਾ। ਹੁਣ ਜ਼ਿਆਦਾ ਜੀਵਤਾਂ ਸੰਸਾਰ ਦੇ ਵਿੱਚ ਇਹਨਾਂ ਹੱਟਾਂ ਦੇ ਉੱਤੇ ਹੀ ਆਪਦਾ ਜਿਹੜਾ ਧਨ ਸਵਾਸਾਂ ਦਾ ਉਹ ਖਰਚ ਕੀਤੀ ਜਾਂਦੇ ਅਤੇ ਇੱਥੋਂ ਹੀ ਸੌਦਾ ਲਈ ਜਾਂਦੇ। ਜ਼ਿਆਦਾ ਤਾਂ ਇਹਨਾਂ 2 ਹੱਟਾਂ 'ਤੇ ਜਾਂ ਤਮੋਗੁਣੀ ਹੱਟ ਅਤੇ ਜਾਂ ਰਜੋਗੁਣੀ ਹੱਟ ਜ਼ਿਆਦਾ ਕਰਮ ਹੀ ਕਰੀ ਜਾਂਦੇ। ਆਸ਼ਾ, ਅਭਿਲਾਸ਼ਾ, ਤ੍ਰਿਸ਼ਨਾਵਾਂ ਦੇ ਵਿੱਚ ਜਦੋਂ ਇੱਥੋਂ ਵਿਹਲੇ ਹੁੰਦੇ ਅਤੇ ਤਮੋਗੁਣੀ ਹੱਟ 'ਤੇ ਚਲੇ ਜਾਂਦੇ, ਉੱਥੇ ਵੈਰ ਵਿਰੋਧ, ਈਰਖਾ, ਨਿੰਦਿਆ, ਚੁਗਲੀ, ਨਫ਼ਰਤ ਕਰਨੀ ਸ਼ੁਰੂ ਕਰ ਦਿੱਤੇ। ਹੁਣ ਇਹ ਜਿਹੜਾ ਸੌਦਾ ਸਾਰਾ ਅਸੀਂ ਲੈਂਦੇ, ਇਹਨੂੰ ਕਹਿੰਦੇ ਕੱਚਾ ਵਪਾਰ, ਕੱਚਾ ਧਨ। ਇੱਥੋਂ ਅਸੀਂ ਕੁਝ ਵੀ ਨਾਲ ਨਹੀਂ ਲਿਜਾ ਸਕਦੇ ਇਹਨਾਂ ਹੱਟਾਂ 'ਚ। ਇਹਨੂੰ ਕਹਿੰਦੇ ਫਿਰ ਜੋ ਵੀ ਇਹ ਵਣਜ ਕਰਦੇ, ਵਪਾਰ ਕਰਦੇ, ਇਹ ਕੱਚਾ ਵਪਾਰ ਕਰਦੇ ਵੀ ਜਿਹੜਾ ਕਿ ਮਿਥਿਆ, ਜਿਹੜਾ ਨਾਸਵਾਨ ਹੈ, ਜਿਹੜਾ ਅਸੀਂ ਇੱਥੋਂ ਕੁਛ ਨਾਲ ਲਿਜਾ ਨਹੀਂ ਸਕਦੇ। ਹੁਣ ਜਿੰਨੇ ਵੀ ਅਸੀਂ ਮਨ ਇੱਧਰ ਆਏ ਹਾਂ, ਸਾਰੇ ਅਸੀਂ ਵਪਾਰੀ ਬਣ ਕੇ ਵਣਜ ਕਰਨ ਵਾਸਤੇ, ਵਪਾਰ ਕਰਨ ਵਾਸਤੇ ਆਉਂਦੇ ਹਾਂ, ਖੇਲਣ ਵਾਸਤੇ ਆਉਂਦੇ। ਸਤਿਗੁਰੂ ਕਹਿੰਦੇ ਜੇਤੇ ਜੀ ਤੇਤੇ ਵਣਜਾਰੇ, ਖੁੱਲ੍ਹੇ ਹੱਟ ਹੋਆ ਵਪਾਰ। ਵੀ ਜਿੰਨੇ ਵੀ ਜੀਵ ਆਏ ਸਾਰੇ ਅਸੀਂ ਇਸ ਵਾਸਾਂ ਦਾ ਧਨ ਲੈ ਕੇ ਆਏ ਅਤੇ ਇਹ ਜਿਹੜਾ ਵਣਜ ਸੀ, ਵਪਾਰ ਸੀ, ਇਹ ਕਰਨਾ ਸ਼ੁਰੂ ਕਰ ਦਿੱਤਾ ਅਤੇ ਹੱਟ ਖੁੱਲ੍ਹ ਗਏ। ਹੁਣ ਮਹਾਰਾਜ ਕਹਿੰਦੇ ਵੀ ਇੱਕ ਤਾਂ ਰਤਨਾਂ ਦੇ ਵਪਾਰੀ ਗੁਰਮੁਖ
ਤੇ ਇੱਕ ਜੀਵ ਜਿਹੜੇ ਫਿਰ ਇਹ ਕੱਚਾ ਵਪਾਰ ਕਰਦੇ, ਇੱਕ ਰਤਨ ਪਦਾਰਥ ਵਣਜਦੇ, ਇੱਕ ਕੱਚੇ ਦੇ ਵਪਾਰ। ਹੁਣ ਜਿਹੜਾ ਤਾਂ ਕੱਚਾ ਵਪਾਰ ਹੈ ਇਹ ਤਾਂ ਇਹਨਾਂ ਤਿੰਨਾਂ ਹੱਟਾਂ 'ਤੇ ਹੁੰਦਾ, ਚਾਹੇ ਅਸੀਂ ਰਜੋਗੁਣ 'ਤੇ ਚਲੇ ਜਾਈਏ, ਚਾਹੇ ਅਸੀਂ ਤਮੋਗੁਣ 'ਤੇ ਚਲੇ ਜਾਈਏ, ਚਾਹੇ ਅਸੀਂ ਸਤੋਗੁਣ 'ਤੇ ਚਲੇ ਜਾਈਏ। ਇਥੋਂ ਜਿੰਨਾ ਵੀ ਅਸੀਂ ਇਹ ਧਨ ਜਿਹੜਾ ਖਰਚ ਕਰਦੇ ਸਵਾਸਾਂ ਦਾ, ਇਹ ਅਸੀਂ ਇੱਥੇ ਕੱਚਾ ਵਪਾਰ ਕਰਦੇ, ਮਤਲਬ ਸਵਾਸ ਖਰਚ ਕਰੀ ਜਾਂਦੇ ਹਾਂ ਅਤੇ ਇੱਥੋਂ ਜਿਹੜਾ ਇਹ ਵਿਚਾਰ ਫੁਰਨੇ ਲਈ ਜਾਂਦੇ, ਇਹ ਸਾਰੇ ਨਾਸਵਾਨ। ਇਸ ਨੂੰ ਮਹਾਰਾਜ ਕਹਿੰਦੇ ਰਾਜ ਵਿਨਾਸੀ, ਧਾਮ ਵਿਨਾਸੀ, ਸਾਤਕ ਭੀ ਬੇਨੱਧ, ਦ੍ਰਿਸ਼ਟ ਮਾਨ ਹੈ ਸਗਲ ਵਿਨਾਸੀ, ਇੱਕ ਸਾਧ ਵਚਨ ਅਗੱਧ। ਵੀ ਇਹ ਸਾਰੇ ਨਾਸਵਾਨ ਨੇ, ਰਜੋਗੁਣ ਵੀ, ਤਮੋਗੁਣ ਵੀ ਅਤੇ ਸਤੋਗੁਣ ਵੀ। ਜਦੋਂ ਦਾ ਅਸੀਂ ਇਹਨਾਂ ਹੱਟਾਂ 'ਤੇ ਹੁੰਦੇ ਹਾਂ ਉਦੋਂ ਅਸੀਂ ਜਿੰਨਾ ਵੀ ਇਹ ਵਣਜ ਕਰਦੇ ਇਹ ਸਭ ਅਸੀਂ ਕੱਚੇ ਹੀ ਕਰਦੇ, ਜਿਹੜਾ ਕਿ ਅਸੀਂ ਇੱਥੋਂ ਨਾਲ ਨਹੀਂ ਲਿਜਾ ਸਕਦੇ ਅਤੇ ਅਸੀਂ ਇਹ ਜੀਵਨ ਦੀ ਬਾਜੀ ਨੂੰ ਹਾਰਦੇ ਹਾਂ ਜੀ। ਹੁਣ ਸਤਿਗੁਰੂ ਫਿਰ ਆਪਾਂ ਨੂੰ ਸਮਝਾਉਂਦੇ ਵੀ ਇਹ ਤਾਂ ਹੈ ਜਿਨ੍ਹਾਂ ਜੀਵਾਂ ਨੇ ਗੁਰੂ ਦੀ ਮੱਤ ਨਹੀਂ ਲਈ ਉਹ ਫਿਰ ਇਹਨਾਂ ਹੱਟਾਂ 'ਤੇ ਹੀ ਆਪਦਾ ਜਿਹੜਾ ਸਵਾਸਾਂ ਦਾ ਧਨ ਖਰਚ ਕੀਤੀ ਜਾਂਦੇ। ਇਹ ਜਿਹੜੇ ਸਵਾਸ ਨੇ ਇਹਨਾਂ ਨੂੰ ਰਤਨ ਕਹਿੰਦੇ, ਇਹ ਮਾਣਕ ਮੋਤੀ ਹੀਰੇ ਜਵਾਹਰਾਤ ਨੇ। ਇਹਨਾਂ ਸਵਾਸਾਂ ਦੀ ਕੀਮਤ ਇਸ ਲੋਕ ਦੇ ਵਿੱਚ ਦਿੱਤੀ ਨਹੀਂ ਜਾ ਸਕਦੀ, ਅਮੁੱਲ ਵਸਤੂ ਹੈ। ਆਪਾਂ ਸਾਰੇ ਸੰਸਾਰ ਦੀ ਧਨ ਦੌਲਤ ਇਕੱਠੀ ਕਰ ਲਈਏ, ਸਾਰੇ ਪਦਾਰਥ ਇਕੱਠੇ ਕਰ ਲਈਏ ਅਤੇ ਆਖੀਏ ਵੀ ਇਹਦੇ ਬਦਲੇ ਸਾਨੂੰ ਸਵਾਸ ਦੇ ਦਿਓ ਇੱਕ, ਅਤੇ ਇਹ ਸਵਾਸ ਨਹੀਂ ਮਿਲਦਾ। ਤਾਂ ਕਰਕੇ ਕਹਿੰਦੇ ਵੀ ਇਹ ਬੜਮੁੱਲਾ ਹੈ, ਇਹ ਕੀਮਤੀ ਹੈ। ਮਹਾਰਾਜ ਕਹਿੰਦੇ ਵੀ ਇਹਦਾ ਭੇਤ ਸਾਨੂੰ ਫੇਰ ਆਉਂਦਾ ਜਦੋਂ ਅਸੀਂ ਗੁਰੂ ਦੀ ਮੱਤ ਲੈਂਦੇ। ਸਤਿਗੁਰੂ ਫਰਮਾਉਂਦੇ ਮੱਤ ਵਿੱਚ ਰਤਨ ਜਵਾਹਰ ਮਾਣਕ, ਜੇ ਇੱਕ ਗੁਰ ਕੀ ਸਿੱਖ ਸੁਣੀ। ਇਹ ਜਦੋਂ ਤਾਂ ਅਸੀਂ ਗੁਰੂ ਦੀ ਸਿੱਖਿਆ ਲੈਂਦੇ ਹਾਂ ਫਿਰ ਤਾਂ ਸਾਨੂੰ ਪਤਾ ਲੱਗਦਾ ਵੀ ਇਹ ਇੰਨਾ ਕੀਮਤੀ ਹੈ। ਅਤੇ ਜਿਨ੍ਹਾਂ ਨੇ ਨਹੀਂ ਭੇਤ ਲਿਆ ਉਹ ਫਿਰ ਕੀ ਕਰਦੇ, ਉਹ ਇਹ ਜਿਹੜੇ ਰਤਨ ਨੇ ਰਤਨਾਂ ਨੂੰ ਸੁੱਟੀ ਜਾਂਦੇ ਅਤੇ ਕੌਡੀਆਂ ਜਿਹੜੀਆਂ ਕੌਡੀਆਂ ਇਕੱਠੀਆਂ ਕੀਤੀ ਜਾਂਦੀ। ਜਿਵੇਂ ਕਿਸੇ ਜੀਵ ਕੋਲ ਹੀਰੇ ਹੋਣ, ਉਹ ਹੀਰੇ ਸਿੱਟੀ ਜਾਵੇ ਅਤੇ ਜਿਹੜੀਆਂ ਕੌਡੀਆਂ ਉਹ ਕੌਡੀਆਂ ਦੀਆਂ ਝੋਲੀਆਂ ਭਰੀ ਜਾਵੇ ਜਿਹੜੀਆਂ ਸਾਡੇ ਕਿਸੇ ਕੰਮ ਆਉਣ ਵਾਲੀਆਂ ਨੇ। ਹੁਣ ਉਹ ਹਾਲਤ ਫਿਰ ਇੱਥੇ ਸਤਿਗੁਰੂ ਸਾਡੇ ਮਨ ਦੀ ਦੱਸਦੀ ਵੀ ਜਦੋਂ ਅਸੀਂ ਪਰਮਾਤਮਾ ਨੂੰ ਵਿਸਾਰ ਕੇ ਉਹਦਾ ਸਿਮਰਨ ਛੱਡ ਕੇ ਇਹ ਇੱਧਰ ਤਰੈ ਗੁਣਾਂ ਦੇ ਵਿੱਚ ਅਵਰ ਕਾਜ ਕਰਨੇ ਸ਼ੁਰੂ ਕਰ ਦਿੰਦੇ ਹਾਂ, ਫਿਰ ਅਸੀਂ ਇਹ ਰਤਨ ਸੁੱਟੀ ਜਾਂਦੇ ਅਤੇ ਕੌਡੀਆਂ ਇਕੱਠੀਆਂ ਕੀਤੀ ਜਾਂਦੀ। ਸਤਿਗੁਰੂ ਫਰਮਾਉਂਦੇ ਖਸਮ ਵਸਾਰ ਆਨ ਕੰਮ ਲਾਗੇ, ਕੌਡੀ ਬਦਲੇ ਰਤਨ ਤਿਆਗੇ। ਬਈ ਕੌਡੀਆਂ ਦੇ ਬਦਲੇ ਜਿਹੜੇ ਰਤਨ ਸੀ ਉਹ ਰਤਨ ਅਸੀਂ ਸੁੱਟੀ ਜਾਂਦੇ ਅਤੇ ਕੌਡੀਆਂ ਇਕੱਠੀਆਂ ਕੀਤੀ ਜਾਂਦੀਆਂ। ਹੁਣ ਆਪਾਂ ਨੂੰ ਫਿਰ ਸੱਚੇ ਪਾਤਸ਼ਾਹ ਸਮਝਾਉਂਦੇ ਵੀ ਤੁਸੀਂ ਇਹਨਾਂ ਕੌਡੀਆਂ ਨੂੰ ਹੀ ਨਾ ਇਕੱਠੇ ਕਰੋ, ਤੁਸੀਂ ਜਿਸ ਮਕਸਦ ਵਾਸਤੇ ਆਏ ਹੋ ਤੁਸੀਂ ਉਹ ਮੋਖ ਦੇ ਹੱਟ 'ਤੇ ਪਹੁੰਚੋ, ਵੀ ਤੁਸੀਂ ਨਾਮ ਧਨ ਜਿਹੜਾ ਉਹ ਖੱਟੋ ਇਹਨਾਂ ਸਵਾਸਾਂ ਦੇ ਬਦਲੇ। ਹੁਣ ਉਹਦੇ ਵਾਸਤੇ ਫਿਰ ਆਪਾਂ ਜਦੋਂ ਗੁਰੂ ਪਾਸ ਆਉਂਦੇ ਹਾਂ, ਗੁਰਮੁਖ ਨੇ ਜਿਹੜੇ ਉਹ ਵੀ ਵਪਾਰੀ ਬਣ ਕੇ ਆਉਂਦੇ, ਉਹ ਫਿਰ ਪੁੱਛਦੇ ਵੀ ਉਹ ਮੋਖ ਦਾ ਹੱਟ ਕਿੱਥੇ ਹੈ ਜਿੱਥੋਂ ਸਾਨੂੰ ਮੁਕਤੀ ਮਿਲੇ, ਜਿੱਥੋਂ ਸਾਨੂੰ ਨਾਮ ਰਤਨ ਦੀ ਪ੍ਰਾਪਤੀ ਹੋਵੇ, ਜਿੱਥੋਂ ਸਾਨੂੰ ਮਨ ਦਾ ਭੋਜਨ ਅੰਮ੍ਰਿਤ ਰਸ ਮਿਲੇ। ਹੁਣ ਉਹਦੇ ਵਾਸਤੇ ਫਿਰ ਇਹ ਜਿਹੜਾ ਸੰਸਾਰ ਦੇ ਵਿੱਚ ਜਿਵੇਂ ਆਪਾਂ ਦੇਖਦੇ ਹਾਂ ਬਾਜ਼ਾਰਾਂ ਦੇ ਵਿੱਚ ਜਾਂਦੇ ਹਾਂ, ਉਹ ਬਾਜ਼ਾਰਾਂ ਦੇ ਵਿੱਚ ਦੁਕਾਨਾਂ ਵਾਲਿਆਂ ਨੇ ਆਪਦੇ ਬੰਦੇ ਛੱਡੇ ਹੁੰਦੇ ਵੀ ਉਹ ਆਪਾਂ ਨੂੰ ਆਵਾਜ਼ਾਂ ਮਾਰਦੇ ਵੀ ਇੱਥੋਂ ਸਾਡੀ ਦੁਕਾਨ ਤੋਂ ਸਮਾਨ ਲੈ ਲਓ, ਇੱਥੋਂ ਲੈ ਲਓ। ਹੁਣ ਇਸੇ ਤਰ੍ਹਾਂ ਹੀ ਜਿਹੜੇ ਤਾਂ ਇਹ ਪੰਜ ਨੇ ਇਹ ਫਿਰ ਇੱਧਰ ਸਾਡੇ ਮਨ ਨੂੰ ਲੈ ਕੇ ਜਾਂਦੇ ਵੀ ਤੁਸੀਂ ਆਹ ਰਜੋਗੁਣ ਹੱਟ ਤੋਂ ਲੈ ਲਓ,
ਤਮੋਗੁਣੀ ਹੱਟ ਤੋਂ ਲੈ ਲਓ, ਸਤੋਗੁਣ ਤੋਂ ਲੈ ਲਓ, ਉਹ ਸਾਡੇ ਮਨ ਨੂੰ ਖਿੱਚ ਕੇ ਇੱਧਰ ਨੂੰ ਲੈ ਕੇ ਜਾਂਦੇ। ਹੁਣ ਇੱਥੇ ਫਿਰ ਜਦੋਂ ਗੁਰਮੁਖ ਆਉਂਦੇ, ਉਹ ਸੰਤ ਜਨ ਵੀ ਇੱਥੇ ਬਾਜ਼ਾਰ ਦੇ ਵਿੱਚ ਆਉਂਦੇ, ਜਿਹੜੇ ਮਾਲਕ ਦੇ ਨੌਕਰ ਨੇ, ਜਿਹੜੇ ਉਹਦੇ ਚਾਕਰ ਨੇ, ਜਿਹੜੇ ਉਹ ਉਸ ਘਰ ਦੇ ਗੋਲੇ ਨੇ, ਜਿਨ੍ਹਾਂ ਨੂੰ ਘਰ ਦੇ ਵਿੱਚ ਆਉਣ ਜਾਣ ਦੀ ਖੁੱਲ੍ਹ ਮੋਖ ਦੇ ਹੱਟ 'ਤੇ, ਜਿਹੜੇ 10ਵੇਂ ਦੁਆਰ ਦੇ ਵਿੱਚ ਜਾਂਦੇ, ਥਿਰ ਘਰ ਜਾਂਦੇ, ਉਹ ਉਹਨਾਂ ਨੂੰ ਗੁਰਬਾਣੀ 'ਚ ਫਿਰ ਸੰਤ ਕਹਿੰਦੇ, ਸਾਧੂ ਭਗਤ ਗੁਰਸਿੱਖ, ਅਤੇ ਉਹਨਾਂ ਨੂੰ ਗੁਰਬਾਣੀ ਗੁਰੂ 'ਚ ਪਦਾਊ ਵੀ ਆਖੇ। ਜਿਵੇਂ ਆਪਾਂ ਸੰਸਾਰ 'ਚ ਦੇਖਦੇ ਹਾਂ ਵੀ ਕਈਆਂ ਘਰਾਂ ਦੇ ਵਿੱਚ ਨੌਕਰ ਰੱਖੇ ਹੁੰਦੇ, ਅਤੇ ਨੌਕਰ ਨੂੰ ਘਰ ਦੇ ਵਿੱਚ ਆਉਣ ਜਾਣ ਦੀ ਖੁੱਲ੍ਹ ਹੁੰਦੀ, ਉਹਨੂੰ ਕੋਈ ਰੋਕ ਟੋਕ ਨਹੀਂ ਹੁੰਦੀ। ਇਸੇ ਤਰ੍ਹਾਂ ਹੀ ਜਿਹੜੇ ਸੰਤ ਹੁੰਦੇ, ਉਹ ਪਰਮਾਤਮਾ ਦੇ ਨੌਕਰ ਹੁੰਦੇ, ਉਹਦੇ ਚਾਕਰ ਹੁੰਦੇ, ਉਹਨਾਂ ਨੂੰ ਘਰ ਦੇ ਵਿੱਚ ਆਉਣ ਜਾਣ ਦੀ ਖੁੱਲ੍ਹ ਹੈ। ਉਹਨਾਂ ਨੂੰ ਕੋਈ ਰੋਕ ਟੋਕ ਨਹੀਂ, ਜਦੋਂ ਮਰਜ਼ੀ ਘਰ ਆ ਜਾਣ, ਜਦੋਂ ਮਰਜ਼ੀ ਘਰ ਤੋਂ ਬਾਹਰ ਆ ਜਾਣ, ਜਦੋਂ ਮਰਜ਼ੀ ਆਪਦੇ ਦੇਸ਼ ਚਲੇ ਜਾਣ, ਉਹਨਾਂ ਨੂੰ ਕੋਈ ਰੋਕ ਟੋਕ ਨਹੀਂ ਹੈ। ਅਤੇ ਸਤਿਗੁਰੂ ਸਾਨੂੰ ਜੀਵਾਂ ਨੂੰ ਕਹਿੰਦੇ ਵੀ ਜੇ ਤੁਸੀਂ ਮੋਖ ਦੇ ਹੱਟ 'ਤੇ ਜਾਣਾ, ਜੇ ਤੁਸੀਂ ਕੋਈ ਭੇਦ ਲੈਣਾ, ਤਾਂ ਤੁਸੀਂ ਉਹਨਾਂ ਮੇਰੇ ਨੌਕਰਾਂ ਤੋਂ, ਮੇਰੇ ਚਾਕਰਾਂ ਤੋਂ ਪੁੱਛ ਲਓ। ਸਤਿਗੁਰੂ ਫਰਮਾਉਂਦੇ, ਪੁੱਛੋ ਜਾਏ ਪਦਾਵਾਂ, ਚੱਲੇ ਚਾਕਰ ਹੋਏ, ਰਾਜ ਨਾ ਜਾਣਨ ਆਪਣਾ, ਦਰ ਘਰ ਠਾਕ ਨਾ ਹੋਏ। ਵੀ ਉਹਨਾਂ ਨੇ ਉਸ ਰਾਜਨ ਨੂੰ, ਮਾਲਕ ਨੂੰ ਜਾਣ ਲਿਆ, ਉਹਨਾਂ ਨੂੰ ਘਰ ਦੇ ਵਿੱਚ ਆਉਣ ਜਾਣ ਦੀ ਖੁੱਲ੍ਹ ਹੈ, ਉਹ ਨੌਕਰ ਨੇ, ਚਾਕਰ ਨੇ, ਵੀ ਤੁਸੀਂ ਉਹਨਾਂ ਤੋਂ ਪੁੱਛੋ। ਹੁਣ ਜਦੋਂ ਆਪਾਂ ਇੱਧਰ ਬਾਜ਼ਾਰ 'ਚ ਆਉਂਦੇ, ਆਪਾਂ ਉਹਨਾਂ ਤੋਂ ਪੁੱਛਦੇ ਹਾਂ ਵੀ ਸਾਡੇ ਮਨ ਨੂੰ ਸ਼ਾਂਤੀ ਨਹੀਂ ਹੈ, ਸਾਡਾ ਮਨ ਨਹੀਂ ਟਿਕਦਾ, ਸਾਡੇ ਮਨ ਨੂੰ ਕਿਵੇਂ ਸੁੱਖ ਮਿਲੇ, ਅਸੀਂ ਨਾਮ ਰਤਨ ਚਾਹੁੰਦੇ ਹਾਂ, ਸਾਨੂੰ ਉਹ ਨਾਮ ਰਤਨ ਕਿੱਥੋਂ ਮਿਲੇ, ਅਸੀਂ ਮਾਲਕ ਨੂੰ ਮਿਲਣਾ ਚਾਹੁੰਦੇ ਹਾਂ। ਉਹ ਫਿਰ ਸਾਨੂੰ ਦੱਸਦੇ ਵੀ ਉਹ ਤਾਂ ਮੋਖ ਦਾ ਹੱਟ, ਉਹਨੂੰ ਹਰੀ ਦਾ ਹੱਟ ਕਹਿੰਦੇ, ਪਰਮਾਤਮਾ ਦਾ ਹੱਟ। ਅਤੇ ਆਵਾ ਪੁੱਛਦੇ ਵੀ ਅਸੀਂ ਉੱਥੇ ਜਾਣਾ, ਵੀ ਅਸੀਂ ਕਿਵੇਂ ਜਾਈਏ ਉੱਥੇ। ਉਹ ਫਿਰ ਸਾਨੂੰ ਦੱਸਦੇ ਵੀ ਜੇ ਤੁਸੀਂ ਉਹ ਹੱਟ 'ਤੇ ਜਾਣਾ ਹੈ, ਅਤੇ ਤੁਹਾਨੂੰ ਗੁਫਾ ਵਿੱਚ ਪ੍ਰਵੇਸ਼ ਹੋਣਾ ਪੈਣਾ, ਅਤੇ ਉਹ ਗੁਫਾ ਲੰਘ ਕੇ ਤੱਤਾਂ ਨੂੰ ਪਾਰ ਕਰਕੇ ਫਿਰ ਉਹ ਹਰੀ ਦਾ ਹੱਟ ਆਉਂਦਾ, ਮੁੱਖ ਦਾ ਹੱਟ। ਅਤੇ ਆਪਾਂ ਉਹਨਾਂ ਤੋਂ ਪੁੱਛਦੇ ਵੀ ਉਹ ਗੁਫਾ ਕਿਹੜੀ ਹੈ, ਵੀ ਜਿਹੜੀ ਗੁਫਾ ਸਾਨੂੰ ਪਾਰ ਕਰਕੇ ਜਾਣਾ ਪੈਣਾ। ਉਹ ਫਿਰ ਆਪਾਂ ਨੂੰ ਦੱਸਦੇ ਵੀ ਗੁਫਾ ਹੈ ਇਹ ਸਰੀਰ, ਇਹਦੇ ਵਿੱਚ ਤੁਹਾਨੂੰ ਅੰਦਰ ਵੜਨਾ ਪੈਣਾ। ਅਤੇ ਆਪਾਂ ਪੁੱਛਦੇ ਵੀ ਉਹ ਗੁਫਾ ਦੇ ਵਿੱਚ ਕਿੱਥੋਂ ਦੀ ਬੜੀ ਹੈ, ਵੀ ਰਾਹ ਕਿਹੜਾ ਹੈ। ਫਿਰ ਉਹ ਸਾਨੂੰ ਦੱਸਦੇ ਵੀ ਇਹ ਗੁਫਾ ਦੇ ਵਿੱਚ ਪੌਣ ਦਾ ਵਾਜਾ ਵੱਜਦਾ। ਪੌਣ ਕਹਿੰਦੇ ਜਿਹੜੇ ਆਪਾਂ ਨੂੰ ਸਵਾਸ ਆ ਰਹੇ, ਜਿਹੜਾ ਇਹ ਆਪਾਂ ਬੋਲਦੇ ਹਨ, ਇਹ ਵਾਜਾ ਵੱਜਦਾ, ਜਿਹਨੂੰ ਮਹਾਰਾਜ ਕਹਿੰਦੇ ਹਰ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪੌਣ ਵਜਾਇਆ। ਹੁਣ ਆਪਾਂ ਫਿਰ ਉਹਨਾਂ ਤੋਂ ਪੁੱਛਦੇ ਵੀ ਉਹ ਗੁਫਾ ਦੇ ਵਿੱਚ ਅਸੀਂ ਕਿਵੇਂ ਵੜੀਏ, ਕਿੱਥੋਂ ਦੀ ਪ੍ਰਵੇਸ਼ ਹੋਈਏ। ਉਹ ਕਹਿੰਦੇ ਵੀ ਪ੍ਰਵੇਸ਼ ਹੋਣ ਵਾਸਤੇ ਜਿਹੜਾ ਮੁੱਖ ਹੈ ਇਹ ਦੀਵਾਰ ਹੈ, ਇਹ ਦਰ ਹੈ, ਇੱਥੋਂ ਦੀ ਅੰਦਰ ਵੜਨਾ ਹੈ। ਪਰ ਕਾਲ ਨੇ ਕੀ ਕੀਤਾ ਹੋਇਆ ਹੈ ਬਈ ਇੱਥੋਂ ਦੀ ਅੰਦਰ ਨਾ ਵੜਨ, ਇਹਨੇ ਇਹ ਮੁੱਖ ਦੇ ਦਰ ਦੇ ਅੱਗੇ ਅੱਗ ਬਾਲੀ ਹੋਈ ਹੈ ਵੀ ਤਾਂ ਕਿ ਅੰਦਰ ਨਾ ਵੜ ਸਕਣ, ਅੰਦਰ ਨਾ ਪ੍ਰਵੇਸ਼ ਹੋ ਸਕਣ। ਜਿਸ ਨੂੰ ਗੁਰਬਾਣੀ 'ਚ ਮਹਾਰਾਜ ਕਹਿੰਦੇ ਨਾਮ ਮੋਲਾ ਪ੍ਰੀਤ ਨ ਤਿਨ ਸਿਉ, ਪਰ ਨਿੰਦਾ ਹਤਕਾਰੇ, ਛਾਪਰ ਬਾਂਧ ਸਵਾਰੇ, ਤ੍ਰਿਣ ਕੋ ਦੁਆਰੇ ਪਾਵਕ ਜਾਰੇ। ਬਈ ਇਹ ਕਾਲ ਨੇ ਕੀ ਕੀਤਾ, ਹੈ ਦੀਵਾਰ ਦੇ ਅੱਗੇ ਪਾਵਕ ਅੱਗ ਬਾਲ ਦਿੱਤੀ ਵੀ ਕੋਈ ਅੰਦਰ ਨਾ ਵੜ ਸਕੇ। ਉਹਨੂੰ ਅੱਗ ਕਿਵੇਂ ਬਾਲੀ ਹੋਈ ਹੈ। ਇਸ ਸੰਸਾਰ 'ਚ ਜੋ ਆਪਾਂ ਦੇਖਦੇ ਹਾਂ ਨਾ, ਜੀਵ ਫਿੱਕੇ ਬੋਲ ਬੋਲਦੇ, ਇਹ ਮੁੱਖ ਦੇ ਵਿੱਚ ਅੱਗ ਰੱਖੀ ਹੋਈ ਹੈ। ਅੱਗ ਬਾਲੀ ਹੋਣ ਕਰਕੇ ਜਦੋਂ ਬੋਲਦੇ ਮੁੱਖ 'ਚੋਂ ਮਾੜਾ ਬੋਲਦੇ, ਜਦੋਂ ਬੋਲਣਗੇ ਮੁੱਖ 'ਚੋਂ ਅੱਗ ਕੱਢਣਗੇ, ਉਦੋਂ ਪਤਾ ਲੱਗਦਾ ਵੀ ਇਹਨਾਂ ਦੇ ਮੁੱਖ 'ਚ ਅੱਗ ਬਾਲੀ ਹੋਈ ਹੈ, ਦੀਵਾਰ ਦੇ ਅੱਗੇ ਅੱਗ ਬਾਲੀ ਹੈ ਵੀ ਤਾਂ ਕਿ ਅੰਦਰ ਨਾ ਵੜ ਸਕਣ। ਅਤੇ ਆਪਾਂ ਨੂੰ ਪਦਾਊ ਜਨ ਦੱਸਦੇ ਸੰਤ ਜਨ ਵੀ ਇਹ ਦਰ
ਅੱਗੇ ਇਹਨਾਂ ਨੇ ਅੱਗ ਬਾਲੀ ਹੈ ਅਤੇ ਇਹ ਰਸਤਾ ਹੈ ਅੰਦਰ ਪ੍ਰਵੇਸ਼ ਹੋਣ ਦਾ, ਗੁਫਾ ਦੇ ਵਿੱਚ ਵੜਨ ਦਾ। ਅਤੇ ਆਪਾਂ ਪੁੱਛਦੇ ਫਿਰ ਇਹ ਅੱਗ ਨੂੰ ਕਿਵੇਂ ਬੁਝਾਈਏ, ਕਿਵੇਂ ਅੰਦਰ ਵੜੀਏ। ਉਹ ਫਿਰ ਆਪਾਂ ਨੂੰ ਸਿਮਰਨ ਦੱਸਦੇ ਵੀ ਸਿਮਰਨ ਕਰੋ। ਜਦੋਂ ਇਹ ਆਪਾਂ ਫਿਰ ਦੱਸੇ ਮੁਤਾਬਕ ਉਹਨਾਂ ਦੇ ਸਿਮਰਨ ਕਰਦੇ ਹਾਂ, ਸਾਸ ਗਿਰਾਸ, ਇਹ ਸਾਡੇ ਜਿਹੜਾ ਦੀਵਾਰ ਦੇ ਅੱਗੇ ਅੱਗ ਬਾਲੀ ਹੁੰਦੀ, ਇਹ ਅੱਗ ਬੁਝ ਜਾਂਦੀ। ਫਿਰ ਜਦੋਂ ਇਹ ਅੱਗ ਬੁਝਦੀ ਆਪਾਂ ਅੰਦਰ ਪ੍ਰਵੇਸ਼ ਹੋ ਜਾਂਦੇ ਹਾਂ। ਮੁੱਖ ਰਾਹੀਂ ਅਸੀਂ ਅੰਦਰ ਚਲੇ ਗਏ, ਅੰਦਰ ਵੜ ਗਏ ਗੁਫਾ ਦੇ ਵਿੱਚ। ਜਿਉਂ ਹੀ ਗੁਫਾ ਦੇ ਅੰਦਰ ਵੜੇ ਅਤੇ ਫਿਰ ਇਹ ਤੱਤ ਆਉਂਦੇ ਨੇ ਅੰਦਰ। ਇਹ ਜਿਹੜਾ ਸਰੀਰ ਹੈ ਗੁਫਾ, ਇਹ 5 ਤੱਤਾਂ ਦੀ ਬਣੀ ਹੈ। ਜਿਉਂ ਹੀ ਪ੍ਰਵੇਸ਼ ਹੋਏ ਪੌਣ ਦੇ ਵਿੱਚ ਅੱਗੇ ਪੌਣ ਤੱਤ ਆ ਜਾਂਦਾ। ਜਿਵੇਂ ਪੌਣ ਆਪਾਂ ਬਾਹਰ ਦੇਖਦੇ ਹਾਂ, ਹਵਾ ਹਨੇਰੀਆਂ ਚੱਲਦੀਆਂ, ਹਨੇਰੀ ਸਾਰਾ ਕੁਛ ਉਡਾ ਕੇ ਲੈ ਜਾਂਦੀ। ਇਸੇ ਤਰ੍ਹਾਂ ਹੀ ਜਦੋਂ ਸਾਡਾ ਮਨ ਅੰਦਰ ਪ੍ਰਵੇਸ਼ ਹੁੰਦਾ ਗੁਫਾ ਦੇ, ਇਹ ਪੌਣ ਹੈ ਜਿਹੜੀ ਫਿਰ ਇਹ ਜਿਵੇਂ ਹਨੇਰੀ ਵਾਂਗੂ ਚੱਲਦੀ ਸਾਡੇ ਅੰਦਰ, ਉਹ ਮਨ ਨੂੰ ਉਡਾਉਂਦੀ ਹੈ। ਅਤੇ ਆਪਾਂ ਨੂੰ ਫਿਰ ਉਹ ਗੁਰਮੁਖ ਜਨ ਦੱਸਦੇ ਵੀ ਜਦੋਂ ਤੁਸੀਂ ਇਹ ਪੌਣ ਤੱਤ ਨੂੰ ਪਾਰ ਕਰਨਾ, ਤੁਸੀਂ ਗੁਰੂ ਦੇ ਸ਼ਬਦ ਇਹਨੂੰ ਆਸਰਾ ਦੇਣਾ ਮਨ ਨੂੰ, ਵੀ ਤਾਂ ਕਿ ਇਹ ਮਨ ਥੰਮਿਆ ਰਵੇ, ਮਨ ਉੱਡੇ। ਉਹਦੇ ਵਾਸਤੇ ਫਿਰ ਮਹਾਰਾਜ ਉਦਾਹਰਨ ਦੇ ਕੇ ਸਮਝਾਉਂਦੇ ਵੀ ਜਿਵੇਂ ਆਪਾਂ ਇਹ ਘਰ ਬਣਾਉਣੇ ਮੰਦਰ, ਵੀ ਥੱਲੇ ਆਪਾਂ ਥੰਮ ਦੇ ਦਿੰਦੇ, ਆਸਰਾ ਰੁਕ ਜਾਂਦਾ। ਇਸੇ ਤਰ੍ਹਾਂ ਹੀ ਫਿਰ ਗੁਰੂ ਦੇ ਸ਼ਬਦ ਹੈ, ਅਸੀਂ ਮਨ ਨੂੰ ਆਸਰਾ ਦੇਣਾ। ਸਤਿਗੁਰੂ ਫਰਮਾਉਂਦੇ ਜਿਉਂ ਮੰਦਰ ਕੋ ਥਾਮੇ ਥੰਮਣ, ਤਿਉ ਗੁਰ ਕਾ ਸ਼ਬਦ ਮਨੇ ਅਸ ਥੰਮਣ। ਜਦੋਂ ਪੌਣ ਤੱਤ ਨੂੰ ਪਾਰ ਕਰਕੇ ਅੱਗੇ ਪਾਣੀ ਤੱਤ ਆ ਜਾਂਦਾ। ਪਾਣੀ ਤੱਤ ਦੇ ਵਿੱਚ ਜਿਵੇਂ ਆਪਾਂ ਬਾਹਰ ਦੇਖਦੇ ਹਾਂ ਸਮੁੰਦਰਾਂ ਦੇ ਰੂਪ ਦੇ ਵਿੱਚ ਪਾਣੀ, ਇਸੇ ਤਰ੍ਹਾਂ ਹੀ ਸਾਡੇ ਅੰਦਰ ਹੀ ਸਮੁੰਦਰ ਨੇ, 7 ਸਮੁੰਦਰ। ਜੋ ਆਪਾਂ ਬਾਹਰ ਦੇਖਦੇ ਹਾਂ, ਇਹ ਸਾਡਾ ਜਿਹੜਾ ਸਰੀਰ, ਇਹ ਬ੍ਰਹਿਮੰਡ ਦਾ ਨਕਸ਼ਾ ਹੈ। ਜੋ ਆਪਾਂ ਬਾਹਰ ਦੇਖਦੇ ਉਹ ਸਾਰਾ ਕੁਝ ਸਾਡੇ ਅੰਦਰ ਹੈ। ਭਾਈਆਂ ਮਹਾਰਾਜ ਕਹਿੰਦੇ ਜੋ ਬ੍ਰਹਿਮੰਡੇ ਸੋਈ ਪਿੰਡੇ, ਵੀ ਜੋ ਬ੍ਰਹਿਮੰਡ ਦੇ ਵਿੱਚ ਉਹ ਸਾਡੇ ਪਿੰਡ ਦੇ ਵਿੱਚ, ਸਰੀਰ ਦੇ ਵਿੱਚ। ਅਤੇ ਜਿਵੇਂ ਆਪਾਂ ਬਾਹਰ ਸਮੁੰਦਰ ਦੇਖਦੇ ਹਾਂ, ਇੱਕ ਕਿਨਾਰੇ ਤੋਂ ਆਪਾਂ ਦੂਸਰੇ ਕਿਨਾਰੇ 'ਤੇ ਜਾਣਾ ਹੋਵੇ, ਸਾਨੂੰ ਬੇੜੇ ਦੀ ਲੋੜ ਪੈਂਦੀ, ਕਿਸ਼ਤੀ ਦੀ ਲੋੜ ਪੈਂਦੀ। ਇਸੇ ਤਰ੍ਹਾਂ ਹੀ ਫਿਰ ਇਹ ਗੁਰੂ ਦਾ ਸ਼ਬਦ ਇੱਥੇ ਬੇੜੇ ਦਾ ਕੰਮ ਕਰਦਾ। ਅਸੀਂ ਸਿਮਰਨ ਕੀਤੀ ਜਾਣਾ, ਅਭਿਆਸ ਕੀਤੀ ਜਾਣਾ, ਗੁਰੂ ਦੇ ਸ਼ਬਦ ਦਾ ਮਨ ਨੂੰ ਆਸਰਾ ਦਿੱਤੀ ਜਾਣਾ, ਅਤੇ ਫਿਰ ਅਸੀਂ ਇਹ ਪਾਣੀ ਤੱਤ ਨੂੰ ਪਾਰ ਕਰਨਾ। ਸਤਿਗੁਰੂ ਫਰਮਾਉਂਦੇ ਜਿਉਂ ਪਖਾਣ ਨਾਭ ਚੜ੍ਹ ਤਰੇ, ਪ੍ਰਾਣੀ ਗੁਰ ਚਰਨ ਲਗਤ ਨਿਸਤਰੇ। ਵੀ ਜਿਵੇਂ ਅਸੀਂ ਉਹ ਪਾਣੀ ਨੂੰ ਕਿਸ਼ਤੀ ਰਾਹੀਂ ਪਾਰ ਕਰ ਜਾਂਦੇ, ਇਸੇ ਤਰ੍ਹਾਂ ਗੁਰੂ ਦੇ ਸ਼ਬਦ ਦੁਆਰਾ ਅਸੀਂ ਇਹ ਪਾਣੀ ਤੱਤ ਨੂੰ ਪਾਰ ਕਰ ਜਾਣਾ। ਜਦੋਂ ਇਹ ਪਾਣੀ ਤੱਤ ਨੂੰ ਪਾਰ ਕਰ ਗਏ, ਅੱਗੇ ਮਿੱਟੀ ਤੱਤ ਆ ਜਾਂਦਾ। ਮਿੱਟੀ ਤੱਤ ਦੇ ਵਿੱਚ ਫਿਰ ਅੰਧ ਗਵਾਰ, ਜਿਵੇਂ ਆਪਾਂ ਕਿਸੇ ਗੁਫਾ ਦੇ ਵਿੱਚ ਵੜ ਜਾਈਏ, ਥੱਲੇ ਸੁਰੰਗ ਦੇ ਵਿੱਚ ਵੜ ਜਾਈਏ, ਉਹ ਹਨੇਰਾ ਹੀ ਹਨੇਰਾ, ਕੁਝ ਦਿਖਾਈ ਨਹੀਂ ਦਿੰਦਾ। ਅਤੇ ਉੱਥੇ ਆਪਾਂ ਨੂੰ ਫਿਰ ਚਾਨਣ ਦੀ ਲੋੜ ਪੈਂਦੀ। ਇਸੇ ਤਰ੍ਹਾਂ ਹੀ ਫਿਰ ਇੱਥੇ ਗੁਰੂ ਦਾ ਸ਼ਬਦ, ਇਹ ਸਾਡੇ ਲਈ ਉਜਾਰੇ ਦਾ ਕੰਮ ਕਰਦਾ, ਪ੍ਰਕਾਸ਼ ਦਾ। ਜਦੋਂ ਅਸੀਂ ਮਿੱਟੀ ਤੱਤ ਨੂੰ ਪਾਰ ਕਰਨਾ, ਫਿਰ ਗੁਰੂ ਦੇ ਸ਼ਬਦ ਦਾ ਆਸਰਾ ਦਿੱਤੀ ਜਾਣਾ, ਅਤੇ ਮਨ ਨੂੰ ਫਿਰ ਇਹ ਮਿੱਟੀ ਤੱਤ ਤੋਂ ਅਸੀਂ ਪਾਰ ਲੈ ਜਾਣਾ। ਮਾਰੇ ਫਰਮਾਉਂਦੇ ਜਹ ਪੈਂਡੇ ਮਹਾ ਅੰਧ ਗਵਾਰਾ, ਹਰ ਕਾ ਨਾਮ ਹਾਂ ਸੰਗ ਯਾਰਾ। ਜਦੋਂ ਅੱਗੇ ਮਿੱਟੀ ਤੱਤ ਪਾਰ ਕਰਕੇ ਅਗਨ ਤੱਤ ਆ ਗਿਆ, ਅਗਨ ਤੱਤ ਦੇ ਵਿੱਚ ਜਿਵੇਂ ਅਗਨ ਹੀ ਅਗਨ ਆਪਾਂ ਦੇਖਦੇ ਬਾਹਰ ਗਰਮੀ, ਅਤੇ ਗਰਮੀ ਦੇ ਵਿੱਚ ਜੀਵ ਛਾਂ ਵੱਲ ਨੂੰ ਭੱਜਦਾ। ਅਤੇ ਇਸੇ ਤਰ੍ਹਾਂ ਹੀ ਇੱਥੇ ਫਿਰ ਗੁਰੂ ਦਾ ਸ਼ਬਦ ਹੈ ਜਿਹੜਾ, ਇਹ ਸਾਡੇ ਵਾਸਤੇ ਛਾਂ ਦਾ ਕੰਮ ਕਰਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਸਮਝਾਉਂਦੇ ਜੈ ਮਹਾਂ ਤਪਤ ਬਹੁ ਕਾਮ, ਤੈ ਹਰ ਕੇ ਨਾਮ ਕੀ ਕਰੂ ਪਰਛਾਮ। ਫਿਰ ਉਹ ਜਦੋਂ ਅਗਮ ਤੱਤ ਨੂੰ ਵੀ ਅਸੀਂ ਪਾਰ ਕਰ ਗਏ, ਅਤੇ ਅੱਗੇ
ਆਕਾਸ਼ ਤੱਤ ਆ ਜਾਂਦਾ, ਜਿਹਦੇ ਵਿੱਚ ਭਵ ਸਾਗਰ। ਹੁਣ ਉਹ ਜਿਹੜਾ ਸਫ਼ਰ ਬੜਾ ਲੰਮਾ, ਅਤੇ ਲੰਮੇ ਸਫ਼ਰ ਦੇ ਵਿੱਚ ਜਿਵੇਂ ਆਪਾਂ ਦੇਖਦੇ ਹਾਂ ਵੀ ਪ੍ਰਸ਼ਾਦਾ ਭੋਜਨ ਆਪਾਂ ਨੂੰ ਭੁੱਖ ਲੱਗਦੀ ਹੈ। ਅਤੇ ਅੱਗੇ ਪੁਰਾਣੇ ਸਮਿਆਂ 'ਚ ਕੀ ਕਰਦੇ ਸੀ ਜੀ, ਜਦੋਂ ਸਫ਼ਰ 'ਤੇ ਚੱਲਦੇ ਉਹ ਨਾਲ ਤੋਸਾ ਲੈ ਜਾਂਦੇ, ਜਿਵੇਂ ਪ੍ਰਸ਼ਾਦਾ ਭੋਜਨ ਨਾਲ ਲੈ ਜਾਂਦੇ ਵੀ ਰਾਹ ਦੇ ਵਿੱਚ ਛਕ ਲਾਂਗੇ। ਇੱਥੇ ਫਿਰ ਸਾਨੂੰ ਸਾਡੇ ਮਨ ਦਾ ਜਿਹੜਾ ਭੋਜਨ ਅੰਮ੍ਰਿਤ ਰਸ, ਉਹ ਸਾਡੇ ਮਨ ਨੂੰ ਫਿਰ ਉਹ ਗੁਰੂ ਦਾ ਸ਼ਬਦ ਜਿਹੜਾ ਉਹ ਤੋਸੇ ਦੇ ਰੂਪ ਦੇ ਵਿੱਚ ਫਿਰ ਸਾਡੇ ਮਨ ਦੇ ਨਾਲ ਚੱਲਦਾ ਹੈ। ਮਹਾਰਾਜ ਕਹਿੰਦੇ ਜੈ ਪੈਂਡੇ ਮਹਾਂ ਜਾਏ ਨਾ ਕੋਸਾ, ਹਰ ਕਾ ਨਾਮ ਉਹਾਂ ਸੰਗ ਤੋਸਾ। ਜਦੋਂ ਆਕਾਸ਼ ਤੱਤ ਨੂੰ ਆਪਾਂ ਪਾਰ ਕਰਕੇ ਫਿਰ ਅੱਗੇ ਜਾ ਕੇ ਆਉਂਦਾ ਹੈ ਉਹ ਮੋਖ ਦਾ ਹੱਟ, ਜਿਹਨੂੰ ਮੁਕਤੀ ਦਾ ਹੱਟ ਕਹਿੰਦੇ, ਜਿਹਨੂੰ ਗੁਰਦੁਆਰਾ ਕਹਿੰਦੇ, ਜਿਹਨੂੰ ਮੰਦਰ, ਕੋਠੜੀ, ਗੜ੍ਹ, ਮਸੀਤ, ਬਹੁਤ ਸਾਰੇ ਨਾਂ ਦਿੱਤੇ ਗੁਰਬਾਣੀ ਗੁਰੂ ਵਿੱਚ। ਫਿਰ ਉਹ ਆ ਜਾਂਦਾ ਹੈ ਹਰੀ ਦਾ ਹੱਟ। ਅਸੀਂ ਉੱਥੇ ਜਾ ਕੇ ਬੈਠ ਜਾਣਾ ਦਰ ਦੇ ਉੱਤੇ ਆਸਣ ਲਾ ਕੇ। ਜਦੋਂ ਅਸੀਂ ਉਹ ਦਰ ਦੇ ਉੱਤੇ ਆਸਣ ਲਾ ਕੇ ਬੈਠਦੇ ਹਾਂ, ਉਹ ਦਰ ਦੀ ਨਿਸ਼ਾਨੀ ਕੀ ਹੈ? ਉੱਥੇ ਅਨਹਦ ਵਾਜੇ ਵੱਜਦੇ ਨੇ। ਉੱਥੇ ਬੈਠ ਕੇ ਦਰ ਦੇ ਉੱਤੇ ਸਾਨੂੰ ਮਾਲਕ ਸਾਰੀ ਸ੍ਰਿਸ਼ਟੀ ਨੂੰ ਦੇਖਦਾ, ਸਾਡੀ ਪਾਲਣਾ ਪੋਸ਼ਣਾ ਕਰਦਾ। ਸਤਿਗੁਰੂ ਆਪਾਂ ਨੂੰ ਉਹ ਦਰ ਦੀ ਨਿਸ਼ਾਨੀ ਦੱਸਦੇ, ਕਹਿੰਦੇ ਸੋ ਦਰ ਤੇਰਾ ਕਿਹਾ ਸੋ ਘਰ ਕਿਹਾ, ਜਿਤ ਵੇ ਸਰਬ ਸੰਭਾਲੇ ਬਾਜੇ ਨਾਦ ਅਨੇਕ ਸੰਖਾਂ ਕੀਤੇ ਬਾਵਨ ਹਾਰੇ। ਹੁਣ ਉਹ ਦਰ ਦੇ ਉੱਤੇ ਸਾਡਾ ਮਨ ਜਾ ਕੇ ਬੈਠ ਜਾਂਦਾ। ਉੱਥੇ ਫਿਰ ਸਾਨੂੰ ਗੁਰੂ ਇਹ ਗਿਆਨ ਦਿੰਦੇ ਵੀ ਉੱਥੇ ਜਾ ਕੇ ਸ਼ਰਧਾ ਅਤੇ ਭਾਵਨਾ ਦੇ ਨਾਲ ਬੈਠ ਜਾਣਾ ਦਰ ਦੇ ਉੱਤੇ। ਵੀ ਜਦੋਂ ਸ਼ਰਧਾ ਅਤੇ ਭਾਵਨਾ ਦੇ ਨਾਲ ਬੈਠਾਂਗੇ, ਬੈਠੇ ਸਿਮਰਨ ਕੀਤੀ ਜਾਣਾ, ਆਵਾਜ਼ ਦਿੱਤੀ ਜਾਣੀ, ਅਤੇ ਮਾਲਕ ਉੱਥੋਂ ਦਰ ਖੋਲ੍ਹ ਕੇ ਸਾਨੂੰ ਅੰਦਰ ਬੁਲਾਏਗਾ। ਉੱਥੇ ਫਿਰ ਗੁਰਮੁਖ ਬੈਠੇ ਰਹਿੰਦੇ, ਜਿਸ ਨੂੰ ਮਹਾਰਾਜ ਕਹਿੰਦੇ ਸਾਚ ਭੇਟ ਬੈਸਣ ਕੋ ਥਾਓ, ਸਤ ਸੰਤੋਖ ਹੋਵੇ ਅਰਦਾਸ, ਤਾਂ ਸੁਣ ਸ਼ਬਦ ਬਹਾਲੇ ਪਾਸ। ਉੱਥੇ ਗੁਰਮੁਖ ਦਰ ਦੇ ਉੱਤੇ ਬੈਠੇ ਰਹਿੰਦੇ, ਆਵਾਜ਼ ਦਿੱਤੀ ਜਾਂਦੀ, ਅਤੇ ਮਾਲਕ ਅੰਦਰ ਬੈਠਾ ਦੇਖਦਾ ਵੀ ਦਰ ਦੇ ਉੱਤੇ ਬੈਠੇ। ਹੁਣ ਇੱਥੇ ਭਗਤ ਜਨ ਬਹੁਤ ਸਮਾਂ ਬੈਠੇ ਰਹੇ, ਜਿਵੇਂ ਬਾਬਾ ਕਬੀਰ ਜੀ ਇੱਥੇ ਦੱਸਦੇ ਵੀ ਜਦੋਂ ਉਹ ਦਰ ਦੇ ਉੱਤੇ ਗਏ, ਬਹੁਤ ਸਮਾਂ ਉੱਥੇ ਬੈਠੇ ਰਹੇ, ਮਾਲਕ ਨੇ ਬੁਲਾਇਆ ਨਾ ਉਹਨਾਂ ਨੂੰ। ਜਦੋਂ ਨਹੀਂ ਬੁਲਾਇਆ ਅਤੇ ਉਹਨਾਂ ਦੇ ਮਨ ਦੇ ਵਿੱਚ ਥੋੜ੍ਹਾ ਜਿਹਾ ਰੋਸ ਆਇਆ ਵੀ ਇੰਨਾ ਸਮਾਂ ਹੋ ਗਿਆ, ਮਾਤਾ ਪਿਤਾ ਵੀ ਬੁਲਾਉਂਦੇ ਕਿਉਂ ਨਹੀਂ। ਹੁਣ ਮਾਲਕ ਇੱਥੇ ਤਾਂ ਨਹੀਂ ਬੁਲਾਉਂਦੇ ਕਿਉਂਕਿ ਪਹਿਲਾਂ ਉਹ ਸਾਰਾ ਸਾਡੇ ਮਨ ਦਾ ਜਿਹੜਾ ਪਿਛਲਾ ਖਾਤਾ ਹੁੰਦਾ ਉਹ ਸਾਫ਼ ਕਰਦੇ। ਜਿਵੇਂ ਧਰਮ ਰਾਏ ਨੂੰ ਚਿੱਤਰਗੁਪਤ ਨੇ ਜਿਹੜੀ ਰਿਪੋਰਟ ਦਿੱਤੀ ਹੁੰਦੀ ਮਨ ਦੀ ਸਾਰੀ, ਜੋ ਵੀ ਇਹਨੇ ਪਹਿਲਾਂ ਔਗਣ ਕੀਤੇ ਹੁੰਦੇ, ਉਹ ਸਾਰੀ ਰਿਪੋਰਟ ਧਰਮ ਰਾਏ ਦੀ ਮੰਗਾ ਲੈਂਦੀ। ਮੰਗਾ ਕੇ ਉਹ ਰਿਪੋਰਟ ਜਿਹੜੀ ਉਹ ਮਾਲਕ ਸਾਰੀ ਪਾੜ ਦਿੰਦਾ, ਉਹ ਸਾਰਾ ਉਹਦਾ ਖਾਤਾ ਸਾਫ਼ ਕਰ ਦਿੰਦਾ। ਉੱਥੇ ਜਮ ਖੜ੍ਹੇ ਹੁੰਦੇ, ਜਮਾਂ ਦੀ ਵੀ ਕੋਈ ਪੇਸ਼ ਨਹੀਂ ਜਾਂਦੀ। ਚਿੱਤਰਗੁਪਤ ਉਹਨਾਂ ਨੂੰ ਬੁਲਾ ਲੈਂਦਾ ਵੀ ਉਹਨਾਂ ਨੇ ਜਿਹੜੀ ਰਿਪੋਰਟ ਲਿਖੀ ਹੁੰਦੀ ਮਨ ਦੀ, ਉਹ ਵੀ ਫੜ ਕੇ ਮਾਲਕ ਉਹ ਵੀ ਪਾੜ ਦਿੰਦਾ। ਸਤਿਗੁਰੂ ਕਹਿੰਦੇ ਚਿੱਤਰਗੁਪਤ ਦਰ ਕਾਗਦ ਫਾੜੇ, ਜਾਂ ਨਾਨਕ ਲੇਖਾ ਸਮਝਿਆ ਵੀ ਚਿੱਤਰਗੁਪਤ ਸੀ ਜਿਹੜੇ ਉਹਨਾਂ ਦੇ ਵੀ ਕਾਗਜ਼ ਪਾੜ ਦਿੱਤੇ, ਧਰਮ ਰਾਏ ਦੇ ਵੀ ਪਾੜ ਦਿੱਤੇ। ਅਤੇ ਜਦੋਂ ਸਾਰਾ ਹਿਸਾਬ ਕਲੀਅਰ ਕਰਕੇ ਫਿਰ ਬੁਲਾਉਂਦਾ ਹੈ, ਤਾਂ ਕਰਕੇ ਉਹ ਥੋੜ੍ਹਾ ਸਮਾਂ ਉੱਥੇ ਲੱਗਦਾ ਹੈ, ਇੰਤਜ਼ਾਰ ਕਰਨਾ ਪੈਂਦਾ ਹੈ। ਬਾਬਾ ਕਬੀਰ ਜੀ ਬਹੁਤ ਸਮਾਂ ਜਦੋਂ ਬੈਠੇ ਰਹੇ, ਮਾਲਕ ਨੇ ਬੁਲਾਇਆ ਨਾ, ਫਿਰ ਉਹਨਾਂ ਦੇ ਮਨ 'ਚ ਜਦੋਂ ਥੋੜ੍ਹਾ ਜਿਹਾ ਰੋਸ ਆਇਆ ਵੀ ਹੁਣ ਉੱਠ ਕੇ ਚੱਲੀਏ ਵਾਪਸ, ਵੀ ਬੁਲਾਉਂਦੇ ਨਹੀਂ। ਉਹ ਜਦੋਂ ਮਨ ਉੱਥੋਂ ਉੱਠਿਆ ਅਤੇ ਮਾਲਕ ਦੇਖ ਰਿਹਾ ਅੰਦਰ ਵੀ ਬੱਚਾ ਬੈਠਾ ਹੈ, ਅਤੇ ਉਦਾਸ ਹੋ ਗਿਆ ਵੀ ਹੁਣ ਵਾਪਸ ਚੱਲੀਏ। ਉਹ ਜਿਉਂ ਹੀ ਵਾਪਸ ਮੁੜੇ
ਮਾਲਕ ਨੇ ਦਰ ਖੋਲ੍ਹ ਦਿੱਤਾ। ਦਰ ਖੋਲ੍ਹ ਕੇ ਉਹਨਾਂ ਨੇ ਆਵਾਜ਼ਾਂ ਮਾਰੀਆਂ ਅਤੇ ਬਾਬਾ ਕਬੀਰ ਜੀ ਫਿਰ ਉਵੇਂ ਹੀ ਦੱਸਦੇ ਉੱਥੇ ਗੁਰਬਾਣੀ 'ਚ ਬਈ ਮਨ ਸੀ ਜਿਹੜਾ ਉੱਥੇ ਦਰ ਦੇ ਉੱਤੇ ਇੰਨਾ ਨਿਰਮਲ ਹੋ ਗਿਆ ਜਿਵੇਂ ਗੰਗਾ ਦਾ ਨੀਰ ਹੁੰਦਾ। ਉਹਨਾਂ ਨੇ ਉਦਾਹਰਨ ਦਿੱਤੀ। ਫਿਰ ਮਾਲਕ ਉਹਨਾਂ ਦੇ ਪਿੱਛੇ ਆਇਆ ਅਤੇ ਉਹਨਾਂ ਦਾ ਨਾਂ ਲੈ ਲੈ ਕੇ ਆਵਾਜ਼ਾਂ ਮਾਰੀਆਂ ਵੀ ਕਬੀਰ ਆ ਜਾ, ਰੁਕ ਜਾ ਅਤੇ ਅੰਦਰ ਆ ਜਾ। ਉਹ ਫਿਰ ਉਵੇਂ ਹੀ ਉਹਨਾਂ ਨੇ ਗੁਰਬਾਣੀ ਗੁਰੂ 'ਚ ਦੱਸਿਆ ਮਹਾਰਾਜ ਨੇ ਫਰਮਾਉਂਦੇ ਕਬੀਰ ਮਨ ਨਿਰਮਲ ਭਇਆ ਜੈਸਾ ਗੰਗਾ ਨੀਰ ਪਾਛੇ ਲਾਗੇ ਹਰ ਫੇਰੇ ਕਹਿਤ ਕਬੀਰ ਕਬੀਰ। ਹੁਣ ਜਦੋਂ ਮਾਲਕ ਨੇ ਫਿਰ ਉਹਨਾਂ ਨੂੰ ਬੁਲਾਇਆ, ਨਹੀਂ ਬੋਲੇ ਤੇ ਉਹਨੂੰ ਫੜ ਕੇ ਅੰਦਰ ਲੈ ਚਲੇ ਗਏ ਅੰਦਰ। ਹੁਣ ਮਾਲਕ ਉਹਨਾਂ ਨੂੰ ਬੁਲਾਉਣ ਅਤੇ ਉਹ ਬੋਲਣ ਨਾ, ਕਿਉਂਕਿ ਪ੍ਰੇਮ ਦਾ ਖੇਲ ਹੈ। ਜਿਵੇਂ ਬੱਚਾ ਮਾਂ ਪਿਓ ਨਾਲ ਕਈ ਵਾਰ ਰੋਸ ਕਰ ਲੈਂਦਾ ਵੀ ਇੰਨਾ ਸਮਾਂ ਅਸੀਂ ਬੈਠੇ ਰਹੇ, ਸਾਨੂੰ ਉਦੋਂ ਬੁਲਾਇਆ ਨਹੀਂ ਵੀ ਹੁਣ ਬੋਲਣਾ ਨਹੀਂ। ਮਾਲਕ ਬੁਲਾਉਣੋਂ ਨਹੀਂ ਬੋਲੇ ਅਤੇ ਮਾਲਕ ਨੇ ਉਹਨਾਂ ਦੇ ਮੁਖ ਦੇ ਵਿੱਚ ਅੰਮ੍ਰਿਤ ਪਾ ਦਿੱਤਾ। ਅੰਮ੍ਰਿਤ ਪਾ ਕੇ ਸਦਾ ਵਾਸਤੇ ਉਹਨਾਂ ਨੂੰ ਅੰਮ੍ਰਿਤ ਪਾ ਕੇ ਅਮਰ ਕਰ ਦਿੱਤਾ ਉਹਨਾਂ ਦੇ ਮੁਖ ਦੇ ਵਿੱਚ। ਜਿਸ ਨੂੰ ਗੁਰਬਾਣੀ 'ਚ ਮਹਾਰਾਜ ਕਹਿੰਦੇ ਹਰ ਅੰਮ੍ਰਿਤ ਰਸ ਪਾਇਆ ਮੋਇਆ ਜਿਵਾਇਆ ਫਿਰ ਬੌੜ ਮਰ ਨਾ ਹੋਈ। ਮਾਲਕ ਨੇ ਜਦੋਂ ਉਹਨਾਂ ਦੇ ਮੁਖ 'ਚ ਅੰਮ੍ਰਿਤ ਪਾਇਆ ਅਤੇ ਫਿਰ ਮਾਲਕ ਕਹਿੰਦੇ ਵੀ ਹੁਣ ਤਾਂ ਬੋਲੋ ਵੀ ਹੁਣ ਤਾਂ ਤੁਹਾਨੂੰ ਸਦਾ ਵਾਸਤੇ ਅਮਰ ਕਰ ਦਿੱਤਾ, ਹੁਣ ਦੁਬਾਰਾ ਤੁਹਾਡੀ ਮੌਤ ਨਹੀਂ ਹੋਏਗੀ। ਫਿਰ ਉਹ ਕਹਿੰਦੇ ਉਹਨਾਂ ਨੇ ਜਦੋਂ ਅੱਖਾਂ ਖੋਲ੍ਹੀਆਂ ਬੋਲੇ ਅਤੇ ਦੇਖਿਆ ਪ੍ਰਕਾਸ਼ ਹੀ ਪ੍ਰਕਾਸ਼। ਅਤੇ ਫਿਰ ਉੱਥੇ ਮਾਲਕ ਦੇ ਨਾਲ ਵਿਚਾਰ ਹੁੰਦੀ ਹੈ ਭਗਤਾਂ ਦੀ, ਗੁਰਮੁਖਾਂ ਦੀ। ਜਿਹੜੇ ਗੁਰਮੁਖ ਉੱਥੇ ਜਾਂਦੇ ਘਰ ਦੇ ਵਿੱਚ ਸਹਿਜ ਦੇ ਵਿੱਚ, ਫਿਰ ਮਾਲਕ ਉਹਨਾਂ ਨਾਲ ਵਿਚਾਰ ਕਰਦਾ ਜਿਸ ਨੂੰ ਮਹਾਰਾਜ ਕਹਿੰਦੇ ਨੇ ਸੁਨ ਸਮਾਧ ਗੁਫਾ ਤੇ ਆਸਣ ਕੇਵਲ ਭਗਤ ਪੂਰਨ ਤੇ ਵਾਸਨ ਭਗਤ ਸੰਗ ਪ੍ਰਭ ਗੋਸ਼ਟ ਕਰਤ ਤੇ ਹਰਖ ਨਾ ਸੋਗ ਜਨਮ ਨਹਿ ਮਰਤ। ਵੀ ਉੱਥੇ ਇਹ ਜਨਮ ਮਰਨ ਨਹੀਂ, ਜਨਮ ਮਰਨ ਖੰਡਨ ਹੋ ਗਿਆ, ਖਤਮ ਹੋ ਗਿਆ। ਉੱਥੇ ਫਿਰ ਮਾਲਕ ਗੁਰਮੁਖਾਂ ਤੋਂ ਪੁੱਛਦਾ ਵੀ ਦੱਸੋ ਹੁਣ ਤੁਹਾਡੀ ਕੀ ਇੱਛਾ ਹੈ, ਕੀ ਚਾਹੀਦਾ। ਹੁਣ ਉੱਥੇ ਸਾਡੀ ਹੋਰ ਤਾਂ ਕੋਈ ਆ ਸੰਸਾਰ ਦੀ ਇੱਛਾ ਤਾਂ ਉੱਥੇ ਰਹਿੰਦੀ ਨਹੀਂ। ਉੱਥੇ ਤਾਂ ਸਿਰਫ ਇੱਕੋ ਹੀ ਇੱਛਾ ਹੁੰਦੀ ਨਾਮ ਦੀ, ਅਤੇ ਉਹ ਮਾਲਕ ਸਹਿ ਸੁਭਾਈ ਗੁਰਮੁਖਾਂ ਦੀ ਉਹ ਇੱਛਾ ਪੂਰੀ ਕਰ ਦਿੰਦਾ। ਫਿਰ ਬਾਬਾ ਕਬੀਰ ਜੀ ਦੱਸਦੇ ਕਹਿੰਦੇ ਵੀ ਜਦੋਂ ਅਸੀਂ ਉਹ ਮੰਦਰ ਦੇ ਵਿੱਚ ਗਏ, ਕੋਠੜੀ ਦੇ ਵਿੱਚ ਗਏ, ਉਹਨਾਂ ਨੇ ਸਰੀਰ ਨੂੰ ਕੋਠਾ ਕਹਿ ਕੇ ਉਹ 10ਵੇਂ ਦੀਵਾਰ ਨੂੰ ਫਿਰ ਕੋਠੜੀ ਦਾ ਨਾਮ ਦਿੱਤਾ। ਕਹਿੰਦੇ ਉਹ ਕੋਠੜੀ ਦੇ ਵਿੱਚ ਸਾਡੀ ਮਾਲਕ ਦੇ ਨਾਲ ਵਿਚਾਰ ਹੋਈ ਅਤੇ ਉੱਥੋਂ ਪ੍ਰਾਪਤ ਕੀ ਹੋਇਆ, ਉਹ ਨਾਮ ਧਨ ਖਜ਼ਾਨਾ ਜਿਹੜਾ ਮਾਲਕ ਦਾ। ਅਤੇ ਉਹ ਖਜ਼ਾਨਾ ਲੈ ਕੇ ਜਦੋਂ ਵਾਪਸ ਆਈ ਅਤੇ ਸੰਸਾਰ ਦੇ ਵਿੱਚ ਉਹਨਾਂ ਦੀ ਸ਼ੋਭਾ ਹੋਣ ਲੱਗੀ ਵੀ ਇਹ ਗਏ ਸੀ ਵਪਾਰੀ ਬਣ ਕੇ, ਨਾਮ ਧਨ ਖੱਟ ਕੇ ਆਏ ਨੇ। ਅਤੇ ਬਾਬਾ ਕਬੀਰ ਜੀ ਕਹਿੰਦੇ ਫਿਰ ਜਿਹੜੇ ਜੀਵ ਭੁੱਲੇ ਹੋਏ ਸੀ ਅਸੀਂ ਉਹਨਾਂ ਨੂੰ ਨਾਮ ਦਾ ਭੇਦ ਦੇਣਾ ਸ਼ੁਰੂ ਕੀਤਾ, ਉਹਨਾਂ ਨੂੰ ਘਰ ਦਾ ਭੇਦ ਦੇਣਾ ਸ਼ੁਰੂ ਕੀਤਾ। ਅਤੇ ਇਹ ਭੇਦ ਕਿਹਨਾਂ ਨੂੰ ਆਇਆ, ਜਿਨ੍ਹਾਂ ਦੇ ਬਹੁਤ ਵੱਡੇ ਭਾਗ ਸੀ, ਜਿਨ੍ਹਾਂ ਦੇ ਵੱਡੇ ਭਾਗ ਸੀ ਉਹਨਾਂ ਨੂੰ ਸੰਗ ਹੋਇਆ ਬਾਬਾ ਕਬੀਰ ਜੀ ਦਾ, ਉਹਨਾਂ ਨੇ ਸੰਗ ਕੀਤਾ, ਸੰਗਤ ਕੀਤੀ ਉਹਨਾਂ ਦੀ। ਅਤੇ ਜਿਨ੍ਹਾਂ ਨੇ ਉਹਨਾਂ ਦੀ ਸੰਗਤ ਕੀਤੀ ਉਹਨਾਂ ਨੇ ਉਹ ਅੰਦਰ ਦਾ ਸਾਰਾ ਭੇਦ ਦਿੱਤਾ। ਜਿਵੇਂ ਉਹਨਾਂ ਨੇ ਆਪ ਗਏ ਘਰ ਦੇ ਵਿੱਚ ਉਹ ਸਾਰਾ ਭੇਦ ਦਿੱਤਾ। ਅਤੇ ਜਿਨ੍ਹਾਂ ਨੇ ਵਿਚਾਰ ਨੂੰ ਧਿਆਨ ਦੇ ਨਾਲ ਸੁਣਿਆ, ਸੁਣ ਕੇ ਮੰਨਿਆ, ਉਹ ਵੀ ਘਰ ਚਲੇ ਗਏ। ਅਤੇ ਜਿਹੜੀਆਂ ਸੁਰਤੀਆਂ ਘਰ ਚਲੀਆਂ ਗਈਆਂ ਉਹ ਸੁਹਾਗਣਾ ਹੋ ਗਈਆਂ, ਉਹ ਪਤੀ ਵਾਲੀਆਂ ਹੋ ਗਈਆਂ ਅਤੇ ਉਹ ਸਦਾ ਵਾਸਤੇ ਅਮਰ ਹੋ ਗਈਆਂ। ਮਾਰੇ ਗੁਰਬਾਣੀ 'ਚ ਫਿਰ ਇੱਥੇ ਦੱਸਦੇ ਇੱਕ, ਕਬੀਰ ਕੋਠੜੇ ਮੇ ਕੋਠੜੀ ਪਰਮ ਕੋਠੀ ਵਿਚਾਰ
गुरदीनी वस कबीर को लेहो वस संभाल। कबीर दीनी संसार को लीनी जिस मस्तक भाग। अमृत रस जिन पाया थिरतां का सुहाग। बई जिन्होंने ये अमृत रस की प्राप्ति हो गई, वो सुहागना हो गई, वो सदा वास्ते थिर हो गई। उन्हों का जोड़ा आवागुण से खत्म हो गया, मिट गया। सो इस वास्ते फिर आपू कहेंगे बई वो जोड़ा मोख का हट है, वो हट तक पहुँचण वास्ते, वो दर तक जाण वास्ते सानू इन्हां तत्तां नूं पार करके जाना पैना, तो वो वास्ते सानू ये सिमन करना पैना। हुण जदों ये आप सिमन करते हैं, ये सानू तां समा लगता है क्योंकि असीं इन्हां तत्तां नूं पार कर रहे हुंदे। ज्यों-ज्यों असीं सिमन करते जावांगे, सहजे सहजे इन्हां तत्तां नूं पार करते जावांगे, जदों असीं घर चले गए, दर दे उत्ते चले गए, उत्थे जाके जदों मन साडा जागेगा, फिर जदों जाग के असीं देखते हैं पिछे नूं, फिर सानू पता लगता भी कितना समा सानू लग्या इन्हां तत्तां नूं पार करने वास्ते। जद तक हुण मन जागया नहीं, वो तां करके सानू पता नहीं लगता भी कितना क सफ़र असीं तय किया, कितना क हजे बाकी है। इस वास्ते फिर आपां समझाउंदे भी ये सहज मार्ग है, तो ये हुण असीं ये सिमरन अभ्यास करते करते तुरे जाना, अभ्यास करते रहना। जदों असीं अभ्यास कीती जावांगे, करते करते असीं उह दर दे उत्ते चले जांदे हां, जिहड़ा मोख दा हट है, मुक्ति दा हट है। हुण उह दर दे उत्ते जाके असीं आवाज़ दित्ती जानी, जिवें भगतां ने आखिआ भी असीं तेरे दर दे कुकर, भी असीं तेरा दर नहीं छड्डांगे, भी तेरे दर दे उत्ते भौंकांगे भी जद तक तू सानूं अंदर नहीं बुलाएगा। महाराज कहते कबीर हम कुकर तेरे दरबार, भौंके आ गए बदन पसार, भी तेरा दर नहीं छड्डांगे। हुण जदों असीं ये आवाज़ दिंदे हाँ, मालक महल दे विच बैठा वो साडी आवाज़ नूं सुणदा है। महाराज कहते जे दर मांगत कूक करे मैली खसम सुने। भी जदों असीं दर दे उत्ते आवाज़ देवांगे, वो महल दे विच साडा खसम, साडा पति वो सुणदा है। फिर जदों सुनेगा असीं वो दर नहीं छड्डांगे। जिवें आप संसार च देखते हैं कई जीव मंगते मंगण वास्ते दर दर ते चलदे। हुण पहिलां वो जदों मंगदे ते पहिलां कई जीव ख्याल नहीं करते भी चलो कोई नहीं भी अगे चला जाएगा। वो जदों दर नहीं छड्डदा, वो फिर आवाज़ दित्ती जांदा है। वो फिर कई बार जीव कहते चलो अगे चलिया जाए तो ना ही जाइए। वो जदों दर नहीं छड्डदा, वो फिर जिहड़ा मालक उहनूं शर्म महसूस करदा भी इन्ने समय दा खड़ा, भी इहनूं पुछो की चाहीदा, भी इहनूं अगे तोरो दे के कुछ ना कुछ। हुण इसे तरह ही जदों असीं ये दर नहीं छड्डदे मालक दा, असीं सिमन कीती जाने, आवाज़ दित्ती जाने, फिर वो मालक नूं शर्म महसूस हुंदी है भी इन्ना समा हो गया इन्हां नूं दर ते बैठिਆਂ नूं ये आवाज़ां दित्ती जांदे, भी इहनूं पुछीए तो सही भी इहनूं चाहीदा की है। सतगुरु सच्चे पातशाह कहते शर्म पई नरैणे नानक दर पई आओ। भी जदों असीं दर दे उत्ते पए रहने, बैठे रहने, आवाज़ दित्ती जाने, सिमन कीती जाने, वो नरैण वाहिगुरू नूं भी शर्म आ जाती भी इन्हां नूं पुछीए भी की चाहीदा। फिर मालक दर खोल के सानूं बुला के फिर वो सानूं पुछदा भी दसो की चाहीदा, जिवें भगतां नूं पुछिआ। जदों आप ये सिमन करते हैं, वो सानूं कई बार साडी आवाज़ लैके भी साडा नां लैके सानूं आवाज़ मार देंदे भी हाँ जी दसो की चाहीदा। जदों आपां नूं आवाज़ दिंदे, आपां उदों अखां नहीं खोलणीਆਂ ਹੁੰਦੀਆਂ, वो साडे अंदरों आवाज़ दिंदे, सानूं बाहरों नहीं आवाज़ दिंदे, सानूं अंदरों महल दे विचों आवाज़ दिंदे। कई बार कई गुरमुख दसणगे भी बैठे सी सिमन करते सी, वो
ਉਹ ਸਾਨੂੰ ਇਉਂ ਲੱਗਿਆ ਵੀ ਕਿਸੇ ਨੇ ਆਵਾਜ਼ ਮਾਰੀ, ਅਤੇ ਉਹ ਅਸੀਂ ਅੱਖਾਂ ਖੋਲ੍ਹ ਕੇ ਬਾਹਰ ਦੇਖਣ ਲੱਗ ਗਏ ਵੀ ਕਿਹਨੇ ਸਾਨੂੰ ਬੁਲਾਏ। ਉਹ ਅਸਲ ਦੇ ਵਿੱਚ ਉਹ ਬਾਹਰੋਂ ਨਹੀਂ ਸਾਨੂੰ ਕੋਈ ਬੁਲਾਉਂਦਾ, ਉਹ ਅੰਦਰੋਂ ਸਾਨੂੰ ਮਾਲਕ ਬੁਲਾਉਂਦਾ। ਮਾਲਕ ਦੀ ਆਵਾਜ਼ ਹੁੰਦੀ, ਉਹ ਬੜੇ ਪਿਆਰ ਦੇ ਨਾਲ ਸਾਨੂੰ ਆਵਾਜ਼ ਦਿੰਦੇ, ਬੜੀ ਮਿੱਠੀ ਆਵਾਜ਼ ਹੁੰਦੀ। ਜਿਵੇਂ ਭਗਤ ਨਾਮਦੇਵ ਜੀ, ਉਹ ਇਸੇ ਤਰ੍ਹਾਂ ਹੀ ਸਿਮਰਨ ਕਰਦੇ ਕਰਦੇ ਜਦੋਂ ਦਰ ਦੇ ਉੱਤੇ ਚਲੇ ਗਏ, ਅਤੇ ਮਾਲਕ ਨੇ ਉਹਨਾਂ ਨੂੰ ਪੁੱਛਿਆ। ਫਿਰ ਜਿਵੇਂ ਆਪਾਂ ਸੰਸਾਰ 'ਚ ਦੇਖਦੇ ਹਾਂ, ਕਈ ਵਾਰ ਦਰਵਾਜ਼ੇ 'ਤੇ ਕੋਈ ਆਉਂਦਾ ਹੈ, ਆਵਾਜ਼ ਦਿੰਦਾ ਹੈ, ਅਤੇ ਆਪਾਂ ਅੰਦਰੋਂ ਹੀ ਪੁੱਛ ਲੈਂਦੇ ਹਾਂ ਵੀ ਕੌਣ ਆ, ਅਤੇ ਜਾਂ ਫਿਰ ਉਹ ਦੱਸਦਾ ਵੀ ਮੈਂ ਫਲਾਣਾ, ਅਤੇ ਆਪਾਂ ਕਈ ਪੁੱਛਦੇ ਵੀ ਕੀ ਕਰਨਾ ਹੈ, ਹੁਣ ਦੱਸੋ ਕੀ ਕੰਮ ਆ। ਇਸੇ ਤਰ੍ਹਾਂ ਹੀ ਪਰਮਾਤਮਾ ਨੇ ਭਗਤਾਂ ਦੇ ਨਾਲ ਗੱਲਾਂ ਕੀਤੀਆਂ, ਅਤੇ ਉਹ ਗੁਰਬਾਣੀ 'ਚ ਫਿਰ ਉਹਨਾਂ ਨੇ ਉਵੇਂ ਹੀ ਦੱਸਿਆ ਆਪਾਂ ਨੂੰ। ਭਗਤ ਨਾਮਦੇਵ ਜੀ ਜਦੋਂ ਇਸੇ ਤਰ੍ਹਾਂ ਹੀ ਸਿਮਰਨ ਕਰਦੇ ਕਰਦੇ ਉਹ ਦਰ ਦੇ ਉੱਤੇ ਚਲੇ ਗਏ। ਉਹ ਦਰ 'ਤੇ ਬੈਠੇ, ਮਾਲਕ ਅੰਦਰ ਬੈਠੇ। ਮਾਲਕ ਨੇ ਉਹਨਾਂ ਨੂੰ ਅੰਦਰੋਂ ਆਵਾਜ਼ ਦੇ ਕੇ ਪੁੱਛਿਆ ਫਿਰ ਬਈ ਤੂੰ ਕੌਣ ਹੈ। ਉਹ ਕਹਿੰਦੇ ਮੈਂ ਜੀ ਨਾਮਦੇਵ, ਵੀ ਮੈਂ ਨਾਮਾ। ਮਹਾਰਾਜ ਉਹਨਾਂ ਨੂੰ ਕਹਿੰਦੇ ਵੀ ਕੀ ਕਰਨ ਆਏ ਹੋ। ਉਹ ਕਹਿੰਦੇ ਜੀ ਅਸੀਂ ਤਾਂ ਆਏ ਹਾਂ ਵੀ ਆਹ ਜਮ ਨੇ ਜਿਹੜੇ ਸਾਡੇ ਨਾਲ ਚੱਲਦੇ, ਇਹ ਜਮਾਂ ਨੇ ਸਾਡੇ ਗਲਾਂ 'ਚ ਫਾਹੀਆਂ ਪਾਈਆਂ ਹੋਈਆਂ ਨੇ, ਇਹ ਸਾਡੀ ਫਾਹੀ ਕੱਟ ਦਿਓ, ਸਾਨੂੰ ਜਨਮ ਮਰਨ ਤੋਂ ਰਹਿਤ ਕਰ ਦਿਓ, ਤਾਂ ਤੁਹਾਡੇ ਦਰ ਦੇ ਉੱਤੇ ਆਏ। ਮਾਰੇ ਫਿਰ ਗੁਰਬਾਣੀ 'ਚ ਉਵੇਂ ਹੀ ਦੱਸਦੇ। ਮਾਲਕ ਨੇ ਅੰਦਰੋਂ ਪੁੱਛਿਆ, ਕਹਿੰਦੇ ਤੂੰ ਕੌਣ ਰੇ। ਉਹ ਅੱਗੇ ਕਹਿੰਦੇ ਮੈਂ ਜੀ ਨਾਮਾ। ਮਹਾਰਾਜ ਕਹਿੰਦੇ ਹੋ ਜੀ ਵੀ ਕੀ ਕਰਨਾ ਹੈ। ਉਹ ਅੱਗੇ ਕਹਿੰਦੇ ਆਲਾ ਤੇ ਨਵਾਰਨਾ ਜਮ ਕਾਰਨ, ਵੀ ਅਸੀਂ ਤਾਂ ਆਏ ਹਾਂ ਜੀ ਵੀ ਆ ਜਮਾਂ ਦੀ ਫਾਹੀ ਸਾਡੀ ਕੱਟ ਦੇ, ਸਾਨੂੰ ਜਨਮ ਮਰਨ ਤੋਂ ਰਹਿਤ ਕਰ ਦਿਓ। ਇਸ ਤਰ੍ਹਾਂ ਫਿਰ ਮਾਲਕ ਸਾਡੇ ਨਾਲ ਅੰਦਰ ਵਿਚਾਰਾਂ ਕਰਦਾ, ਸਾਡੇ ਨਾਲ ਗੱਲਾਂ ਬਾਤਾਂ ਕਰਦਾ, ਅਤੇ ਕਰਦਾ ਉਹਨਾਂ ਦੇ ਨਾਲ ਜਿਹੜੇ ਦਰ 'ਤੇ ਜਾਂਦੇ, ਜਿਹੜੇ ਘਰ ਜਾਂਦੇ। ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਵੀ ਆਪਾਂ ਵੀ ਹੁਣ ਆਪਣੇ ਘਰ ਚੱਲੀਏ, ਮਹਿਲ ਦੇ ਵਿੱਚ ਜਾਈਏ। ਜੇ ਚਲੇ ਜਾਵਾਂਗੇ ਦੁਬਾਰਾ ਨਹੀਂ ਸਾਨੂੰ ਸੰਸਾਰ 'ਚ ਭੇਜਣਗੇ। ਆਪਾਂ ਪੜ੍ਹਦੇ ਨਾ ਰੋਜ਼, ਸਤਿਗੁਰੂ ਫਰਮਾਉਂਦੇ ਨਿਜ ਘਰ ਮਹਿਲ ਪਾਵੋ ਸੁਖ ਸਹਿਜੇ ਬੌਰ ਨਾ ਹੋਏ ਗੋ ਫੇਰਾ। ਵੀ ਜੇ ਤੁਸੀਂ ਹੁਣ ਨਿਜ ਮਹਿਲ 'ਚ ਆ ਜਾਓ, ਦੁਬਾਰਾ ਤੁਹਾਡਾ ਫੇਰਾ ਨਹੀਂ ਹੋਏਗਾ, ਤੁਹਾਨੂੰ ਦੁਬਾਰਾ ਨਹੀਂ ਭੇਜਾਂਗੇ। ਹੁਣ ਨਿਜ ਮਹਿਲ ਦੇ ਵਿੱਚ ਅਸੀਂ ਜਾਣਾ ਹੈ, ਅਤੇ ਜਾਣ ਵਾਸਤੇ ਸਾਨੂੰ ਇਹ ਸਿਮਰਨ ਕਰਨਾ ਪੈਣਾ ਹੈ। ਸਿਮਰਨ ਕਰਾਂਗੇ ਤਾਂ ਜਾ ਸਕਦੇ ਹਾਂ, ਨਹੀਂ ਤਾਂ ਜਾ ਨਹੀਂ ਸਕਦੇ। ਆਓ ਹੁਣ ਕਿਵੇਂ ਅਸੀਂ ਇਹ ਨਿਜ ਮਹਿਲ ਵਿੱਚ ਜਾਣਾ, ਕਿਵੇਂ ਅਸੀਂ ਇਹਨਾਂ ਤੱਤਾਂ ਨੂੰ ਪਾਰ ਕਰਨਾ, ਫਿਰ ਉਹ ਮੋਖ ਦਾ ਹੱਟ ਆਉਣਾ, ਮੋਖ ਦਾ ਦਰ ਆਉਣਾ, ਨਿਜ ਮਹਿਲ ਆਉਣਾ। ਆਓ ਇਨ ਸਫ਼ਰ ਨੂੰ ਤੈਅ ਕਰਨ ਵਾਸਤੇ ਜੋ ਸਤਿਗੁਰੂ ਆਪਾਂ ਨੂੰ ਇਹ ਸਾਸਕ ਰਸ ਸਿਮਰਨ ਦੱਸਦੇ ਨੇ। ਆਓ ਸਾਰੇ ਗੁਰਮੁਖ ਪਿਆਰੇ ਕਰੋ ਜੀ ਸ਼ੁਰੂ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਹੈ ਤਰੀਕਾ ਗੁਰਮੁਖ ਪਿਆਰਿਓ ਆਪਣੇ ਘਰ ਜਾਣ ਦਾ। ਸਿਮਰਨ ਕਰਕੇ ਇਹਨਾਂ ਤੱਤਾਂ ਨੂੰ ਪਾਰ ਕਰਕੇ ਨਿਜ ਮਹਿਲ ਥਿਰ ਘਰ ਦੇ ਵਿੱਚ ਜਾਣਾ। ਹੁਣ ਜਿਉਂ ਆਪਾਂ ਸਿਮਰਨ ਕਰਦੇ ਜਾਵਾਂਗੇ ਤੇ ਉਹਦੇ ਸਾਡੇ ਮਨ ਨੇ ਸੁਖੀ ਹੁੰਦੇ ਜਾਣਾ ਤੇ ਉਹਦੇ ਉਹਨੇ ਵਾਪਸ ਘਰ ਵੱਲ ਨੂੰ ਮੁੜਨਾ ਤੇ ਆਪਣੇ ਘਰ ਜਾਣਾ। ਹੁਣ ਉਹਦੇ ਵਾਸਤੇ ਆਪਾਂ ਵੱਧ ਤੋਂ ਵੱਧ ਸਿਮਰਨ ਅਭਿਆਸ ਕਰਨ। ਜ਼ਰੂਰੀ ਨਹੀਂ ਵੀ ਆਪਾਂ ਬਹਿ ਕੇ ਕਰਨਾ ਜਾਂ ਗੁਰੂ ਘਰ ਆ ਕੇ ਇੱਥੇ ਹੀ ਕਰਨਾ। ਘਰਾਂ ਦੇ ਵਿੱਚ ਕੰਮ ਕਾਰ ਕਰਦੇ, ਬਹਿੰਦੇ ਉੱਠਦੇ, ਚੱਲਦੇ ਫਿਰਦੇ, ਕਿਸੇ ਵੀ ਅਵਸਥਾ 'ਚ ਆਪਾਂ ਸਿਮਰਨ ਕਰ ਸਕਦੇ। ਜਿਹੜਾ ਆਪਾਂ ਇਹ ਕੰਮ ਕਾਰ ਕਰਦੇ ਹੱਥਾਂ ਪੈਰਾਂ ਨਾਲ ਕਰਦੇ, ਮੁੱਖ ਦੁਆਰਾ ਆਪਾਂ ਨਾਲ ਨਾਲ ਸਿਮਰਨ ਕੀਤੀ ਜਾਣ। ਸਤਿਗੁਰੂ ਕਹਿੰਦੇ ਨਾਮਾ ਕਹੇ ਤਲੋਚਨਾ ਮੁਖ ਤੇ ਰਾਮ ਸੰਭਾਲ, ਹਾਥ ਪਾਉ ਕਰ ਕਾਮ ਸਭ ਚੀਤ ਨਰੰਜਨ ਨਾਲ। ਬਈ ਹੱਥਾਂ ਪੈਰਾਂ ਨਾਲ ਕੰਮ ਕਰੋ ਤੇ ਮੁੱਖ ਦੁਆਰਾ ਨਾਲ ਨਾਲ ਸਿਮਰਨ ਕੀਤੀ ਜਾਓ। ਸੰਸਾਰ ਦੀਆਂ ਉਹ ਗੱਲਾਂ ਨਾ ਕਰੋ ਜਿਨ੍ਹਾਂ ਦਾ ਕੋਈ ਮਤਲਬ ਨਹੀਂ ਹੈ। ਵੀ ਜਿਹੜਾ ਜੀਵ ਸੰਸਾਰ 'ਚ ਐਵੇਂ ਹੀ ਕਿਸੇ ਦੀ ਨਿੰਦਿਆ ਕਰ ਲਈ, ਕਿਸੇ ਨਾਲ ਵੈਰ ਵਿਰੋਧ ਦੀ ਗੱਲ ਕਰ ਲਈ, ਇਹ ਗੱਲਾਂ ਆਪਾਂ ਛੱਡਣੀਆਂ ਵੀ ਜਿਨ੍ਹਾਂ ਦਾ ਸਾਨੂੰ ਕੋਈ ਲਾਹਾ ਨਹੀਂ, ਸਾਨੂੰ ਕੋਈ ਫਾਇਦਾ ਨਹੀਂ। ਸਿਮਰਨ ਕਰੋ ਵੱਧ ਤੋਂ ਵੱਧ, ਗੁਰਬਾਣੀ ਗੁਰੂ ਨੂੰ ਪੜ੍ਹੋ, ਵਿਚਾਰੋ। ਜਿੰਨੀ ਕੁ ਸਾਨੂੰ ਸਮਝ ਲੱਗਦੀ ਗੁਰਬਾਣੀ ਦੀ ਉਨੀ ਅੱਗੇ ਵਿਚਾਰ ਦੱਸੋ ਵੀ ਸਾਨੂੰ ਗੁਰਬਾਣੀ ਗੁਰੂ ਆਹ ਕਹਿ ਰਹੇ ਵੀ ਕਿਵੇਂ ਸਾਡੇ ਮਨਾਂ ਨੂੰ ਸ਼ਾਂਤੀ ਆਉਣੀ, ਸਾਡੇ ਜੀਵਨ ਦਾ ਮਕਸਦ ਕੀ ਹੈ, ਕਾਹਦੇ ਵਾਸਤੇ ਸਾਨੂੰ ਇਹ ਜੀਵਨ ਮਿਲਿਆ, ਕਿਵੇਂ ਸਾਡੇ ਪਰਿਵਾਰਾਂ 'ਚ ਸੁੱਖ ਸ਼ਾਂਤੀ ਹੋਵੇ, ਕਿਵੇਂ ਅਸੀਂ ਆਪਦੇ ਜੀਵਨ ਦਾ ਲਾਹਾ ਕੱਟਣਾ, ਅਸੀਂ ਵੀ ਸੁਖੀ ਹੋਣਾ ਅਤੇ ਨਾਲ ਹੋਰਾਂ ਨੂੰ ਵੀ ਸੁੱਖ ਦੇ ਸਕਦੇ। ਉਹ ਸੁੱਖ ਅਸੀਂ ਤਾਂਹੀਓ ਹੋਰਾਂ ਨੂੰ ਦੇ ਸਕਦੇ ਜੇ ਅਸੀਂ ਆਪ ਸੁਖੀ ਹੋਵਾਂਗੇ।
ਜੇ ਹੁਣ ਅਸੀਂ ਆਪ ਹੀ ਦੁਖੀ ਹਾਂ, ਤਾਂ ਫਿਰ ਅਸੀਂ ਹੋਰ ਕਿਸੇ ਨੂੰ ਕਿਵੇਂ ਸੁੱਖ ਦੇਵਾਂਗੇ? ਅਤੇ ਸੁੱਖ ਮਨ ਦਾ ਹੁੰਦਾ। ਮਨ ਸੁਖੀ ਫੇਰ ਹੀ ਹੋਏਗਾ ਜੇ ਨਾਮ ਦੇ ਨਾਲ ਜੁੜੇਗਾ, ਜੇ ਸਿਮਰਨ ਭਗਤੀ ਕਰੇਗਾ, ਫੇਰ ਹੀ ਇਹ ਸੁਖੀ ਹੋਏਗਾ। ਤਾਂਹੀਓ ਆਪਾਂ ਸੰਤਾਂ ਸਾਧੂਆਂ ਪਾਸ ਜਾਂਦੇ ਹਾਂ ਵੀ ਸਾਨੂੰ ਸੁੱਖ ਮਿਲੇ, ਕਿਉਂਕਿ ਉਹ ਸੁਖੀ ਹੁੰਦੇ। ਉਹ ਸੁਖੀ ਤਾਂ ਹੁੰਦੇ ਕਿਉਂਕਿ ਉਹ ਨਾਮ ਦੇ ਨਾਲ ਜੁੜੇ ਹੁੰਦੇ, ਪਰਮਾਤਮਾ ਨੂੰ ਮਿਲੇ ਹੁੰਦੇ, ਤਾਂ ਉਹਨਾਂ ਕੋਲ ਸੁੱਖ ਹੈ। ਅਤੇ ਜਿਹੜਾ ਹੁਣ ਇਸ ਮਾਰਗ 'ਤੇ ਚੱਲਦਾ ਹੀ ਨਹੀਂ, ਅਤੇ ਉਹ ਸੁਖੀ ਹੋ ਹੀ ਨਹੀਂ ਸਕਦਾ। ਜਿਹੜਾ ਆਪ ਨਹੀਂ ਸੁਖੀ, ਆਪ ਦੁਖੀ ਹੈ, ਉਹ ਅੱਗੇ ਹੋਰਾਂ ਨੂੰ ਵੀ ਦੁੱਖ ਹੀ ਦੇਵੇਗਾ। ਇਸ ਵਾਸਤੇ ਫਿਰ ਆਪਾਂ ਹੁਣ ਸਭ ਤੋਂ ਪਹਿਲਾਂ ਆਪ ਸੁਖੀ ਹੋਣਾ, ਅਤੇ ਆਪ ਸੁਖੀ ਹੋਣ ਵਾਸਤੇ ਆਪਣੇ ਆਪੇ 'ਤੇ ਦਇਆ ਕਰਨੀ। ਦਇਆ ਹੋਣੀ ਹੈ ਵੱਧ ਤੋਂ ਵੱਧ ਸਿਮਰਨ ਕਰਕੇ। ਜਿੰਨਾ ਅਸੀਂ ਸਿਮਰਨ ਕਰਾਂਗੇ, ਸਾਡਾ ਆਪਣਾ ਭਲਾ, ਜਿਹੜਾ ਸਾਡਾ ਮਨ ਬੁਰਾ ਹੋ ਚੁੱਕਿਆ, ਇਹਦਾ ਭਲਾ ਕਰਨਾ। ਜਿਹਨੂੰ ਮਾਰੇ ਕਹਿੰਦੇ ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਢਾਏ, ਦੇਹੀ ਰੋਗ ਨਾ ਲੱਗੇ, ਪੱਲੇ ਸਭ ਕੁਛ ਪਾਏ। ਕਿ ਜਿਹੜਾ ਇਹ ਮਨ ਸਾਡਾ ਬੁਰਾ ਹੋ ਗਿਆ, ਵਿਚਾਰਾਂ 'ਚ ਮੈਲਾ ਹੋ ਗਿਆ, ਇਹਦਾ ਭਲਾ ਕਰਨਾ। ਅਤੇ ਭਲਾ ਹੋਣਾ ਇਹ ਗੁਰੂ ਦੀ ਮੱਤ ਦੁਆਰਾ ਸਿਮਰਨ ਕਰਕੇ। ਸੋ ਇਸ ਲਈ ਇਹ ਹੁਣ ਆਪਾਂ ਗੁਰਮੁਖ ਵੱਧ ਤੋਂ ਵੱਧ ਸਿਮਰਨ ਕਰਨਾ, ਗੁਰਬਾਣੀ ਗੁਰੂ ਨੂੰ ਪੜ੍ਹ ਕੇ ਵਿਚਾਰਨਾ, ਅਤੇ ਵੱਧ ਤੋਂ ਵੱਧ ਇਹ ਆਪਾਂ ਸਤਸੰਗਤ ਕਰਨਾ। ਇਹ ਜੋ ਸਾਰਾ ਭੇਦ ਗੁਰਬਾਣੀ ਗੁਰੂ ਦੁਆਰਾ ਆਪਾਂ ਨੂੰ ਦਿੱਤਾ ਮਹਾਂਪੁਰਖਾਂ ਨੇ, ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਧਰਮਵਾਲਾ, ਕਿ ਜੋ ਸਾਡੇ ਸਾਰਿਆਂ ਦੇ ਜੀਵਨ ਦਾ ਮਕਸਦ ਵਾਹਿਗੁਰੂ ਨੂੰ ਮਿਲਣਾ, ਕਿਵੇਂ ਅਸੀਂ ਮਿਲ ਸਕਦੇ ਹਾਂ, ਉਹ ਆਪਾਂ ਨੂੰ ਗੁਰਮੁਖਾਂ ਨੇ ਬੜਾ ਸੌਖਾ ਕਰਕੇ ਗੁਰਬਾਣੀ ਗੁਰੂ ਦੁਆਰਾ ਭੇਜ ਦਿੱਤਾ। ਬਾਕੀ ਜੋ ਆਪਣਾ ਸਮਾਗਮ ਗੁਰਦੁਆਰਾ ਬ੍ਰਹਮ ਮਿਲਣੇ ਕਾ ਚਾਓ, ਬ੍ਰਹਮ ਗਿਆਨ ਕੇਂਦਰ ਰੌਲੀ ਰੋਡ ਮੋਗਾ, 20 ਤਰੀਕ ਤੋਂ ਲੈ ਕੇ ਇਸੇ ਤੋਂ 31 ਤਰੀਕ ਤੱਕ ਇਹ ਆਪਣਾ ਸਮਾਗਮ ਚੱਲਣਾ, ਜਿਹਦੇ ਵਿੱਚ ਪਹੁੰਚ ਕੇ ਆਪਾਂ ਆਪਣੇ ਜੀਵਨ ਦਾ ਜੋ ਲਾਹਾ ਹੈ, ਇਹ ਆਪਾਂ ਲਾਹਾ ਕੱਟ ਸਕਦੇ। ਗੁਰਮੁਖ ਜਨ ਆਪਾਂ ਨੂੰ ਪਰਮਾਤਮਾ ਨੂੰ ਮਿਲਾਪ ਦਾ ਰਸਤਾ ਦੱਸਣਗੇ। ਭਾਈ ਸਾਹਿਬ ਭਾਈ ਦਲਵੀਰ ਸਿੰਘ ਜੀ ਧਰਮਵਾਲਾ, ਕਿ ਕਿਵੇਂ ਆਪਾਂ ਮਾਲਕ ਤੋਂ ਵਿਛੜੇ, ਕਿਵੇਂ ਹੁਣ ਆਪਾਂ ਵਾਪਸ ਮਿਲਾਪ ਕਰਨਾ। ਸੋ ਜਿੰਨਾ ਵੀ ਆਪਾਂ ਸਮਾਂ ਕੱਢ ਸਕਦੇ ਹਾਂ, ਸਮਾਂ ਕੱਢ ਕੇ ਸੰਗਤ ਕਰਕੇ ਆਪਦੇ ਜੀਵਨ ਦਾ ਲਾਹਾ ਕੱਟ ਸਕਦੇ। ਸੋ ਇੰਨੀਆਂ ਬੇਨਤੀਆਂ, ਇੰਨੇ ਵਿਚਾਰ ਕਰਦਿਆਂ ਹੋਇਆਂ, ਜੇ ਕੋਈ ਐਸਾ ਸ਼ਬਦ ਬੋਲਿਆ ਗਿਆ ਹੋਵੇ, ਸੰਗਤ ਅਤੇ ਸਤਿਗੁਰੂ ਬਖਸ਼ਣ ਯੋਗ ਨੇ, ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ।